ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਿਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਚੋਰੀ ਸ਼੍ਰੀ ਹਰਿ ਕ੍ਰਿਸ਼ਨ ਬਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ 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 ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਇਮ ਸਤਿਗੁਰ ਸਭ ਸਿੰਘ ਸੰਭਾਰੇ ਮਰੇ ਜਿਤਕ ਆਛੀ ਸੰਸਕਾਰੇ ਪਰਮ ਗਤੀ ਕੋ ਪ੍ਰਾਪਤ ਕਰੇ ਗੁਰਹਿਤ ਸਮੁਖ ਜਗ ਬਨ ਮਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਪਹਾੜੀਆਂ ਤੇ ਸਿੰਘਾਂ ਦਾ ਜੰਗ ਸਮਾਪਤ ਹੋਇਆ। ਪਹਾੜੀਏ ਹਾਰ ਗਏ, ਗੁਰੂ ਕੀਆਂ ਫੌਜਾਂ ਦੇ ਹੱਥ ਜੰਗ ਦਾ ਮੈਦਾਨ ਆਇਆ। ਉਪਰੰਤ ਸਿੰਘਾਂ ਨੇ ਸਾਰੇ ਸ਼ਹੀਦਾਂ ਨੂੰ ਅਤੇ ਜ਼ਖਮੀਆਂ ਨੂੰ ਇਕੱਤਰ ਕੀਤਾ, ਗੁਰੂ ਸਾਹਿਬ ਜੀ ਦੇ ਕੋਲ ਲੈ ਕੇ ਆਂਦਾ ਔਰ ਨਾਲ ਹੀ ਗੁਰੂ ਸਾਹਿਬ ਨੂੰ ਵਧਾਈਆਂ ਦਿੱਤੀਆਂ, ਪ੍ਰਸ਼ੰਸਾ ਕੀਤੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵੀ ਉਦੈ ਸਿੰਘ ਦੇ ਨਾਲ ਆ ਕੇ ਨਮਸਕਾਰ ਕਰਦੇ ਹੈ, ਜਿਨ੍ਹਾਂ ਨੇ ਚੰਗਾ ਵੈਰੀਆਂ ਦਾ ਨਾਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਸਿੰਘਾਂ ਨੂੰ ਕਹਿ ਕੇ, ਤੇ ਫਿਰ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਵਰਤਾਉਣਾ ਕੀਤਾ ਔਰ ਨਾਲ ਹੀ ਹੁਕਮ ਦਿੱਤਾ ਕਿ ਅੱਜ ਆਪਾਂ ਇੱਥੇ ਹੀ ਰਹਾਂਗੇ, ਤੜਕੇ ਜਾਵਾਂਗੇ, ਸਾਰੇ ਮੋਰਚਿਆਂ ਵਿੱਚ ਰਹੋ, ਹਲੇ ਸਤਨਾਮ ਦਾ ਜਾਪ ਕਰੋ। ਇਸ ਤਰ੍ਹਾਂ ਸਿੰਘਾਂ ਨੇ ਵਚਨ ਸੁਣ ਕਰਕੇ ਮੋਰਚਿਆਂ ਵਿੱਚ ਰੁਕਣਾ ਕੀਤਾ, ਤੇ ਜਿਹੜੇ ਮੋਰਚਿਆਂ ਵਿੱਚ ਬੈਠੇ ਆ ਉਹਨਾਂ ਕੋਲ ਵੀ ਕੜਾਹ ਪ੍ਰਸ਼ਾਦ ਭੇਜਣਾ ਕੀਤਾ। ਇਸ ਤਰ੍ਹਾਂ ਗੁਰੂ ਕੀਆਂ ਫੌਜਾਂ ਨੇ ਜੰਗ ਜਿੱਤ ਲਿਆ ਹੈ। ਸਤਿਗੁਰਾਂ ਨੇ ਸਾਰੇ ਸਿੰਘਾਂ ਦੀ ਸੰਭਾਲ ਕੀਤੀ ਹੈ। ਜ਼ਖਮੀਆਂ ਦੇ ਸਾਲ ਪੱਤਰ ਦੀ ਮੱਲ ਮਿਲਾਈ ਗਈ ਅਤੇ ਜੋ ਸ਼ਹੀਦੀ ਨੂੰ ਪ੍ਰਾਪਤ ਹੋ ਗਏ, ਪਰਮ ਗਤੀ ਨੂੰ ਪ੍ਰਾਪਤ ਹੋ ਗਏ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਜੰਗ ਲੜਨਾ ਕੀਤਾ, ਉਹਨਾਂ ਦੇ ਇਕੱਤਰ ਕਰਕੇ ਸੰਸਕਾਰ ਕੀਤੇ ਗਏ। ਅੱਗੇ ਕੀ ਹੋਇਆ ਇਹ ਵਿਚਾਰ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਮ ਸਤਿਗੁਰ ਸਭ ਸਿੰਘ ਸੰਭਾਰੇ ਮਰੇ ਜਿਤਕ ਆਛੀ ਸੰਸਕਾਰੇ। ਇਹੋ ਸਤਿਗੁਰਾਂ ਨੇ ਸਾਰੇ ਆਪਣੇ ਪਿਆਰੇ ਸਿੰਘਾਂ ਦੀ ਸੰਭਾਲ ਕੀਤੀ, ਜੋ ਸ਼ਹੀਦੀ ਪ੍ਰਾਪਤ ਕਰ ਗਏ ਉਹਨਾਂ ਦਾ ਸਤਿਕਾਰ ਸਹਿਤ ਸੰਸਕਾਰ ਕੀਤਾ ਹੈ। ਪਰਮ ਗਤੀ ਕੋ ਪ੍ਰਾਪਤ ਕਰੇ ਗੁਰਹਿਤ ਸਮੁਖ ਜਗ ਪੁਨ ਮਰੇ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਜੰਗ ਦੇ ਵਿੱਚ ਲੜਨਾ ਕੀਤਾ ਤੇ ਸ਼ਹੀਦੀਆਂ ਪਾਈਆਂ, ਉਹ ਪਰਮ ਗਤੀ ਨੂੰ ਪ੍ਰਾਪਤ ਹੋਏ ਜੀ।
इस ते परिराप क्या है जो परलोक सुधारन चाहै। ਔਰ ਲੋਕ ਪਰਲੋਕ ਜਿਹੜੇ ਸੁਧਾਰਨਾ ਚਾਹੁੰਦੇ ਐ ਸ਼ਹੀਦਾਂ ਨੂੰ ਜੰਗ ਦੇ ਮੈਦਾਨ ਵਿੱਚੋਂ ਇਹ ਚੀਜ਼ ਮਾਨੋ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। दर्शन कर कर भोजन खाए बहुर मोर्चे सिंह सिधाए। ਫਿਰ ਸਭ ਨੇ ਸ਼ਾਮਾਂ ਦਾ ਲੰਗਰ ਤਿਆਰ ਹੋ ਗਿਆ, ਭੋਜਨ ਛਕਿਆ ਤੇ ਪਾਤਸ਼ਾਹ ਦਾ ਹੁਕਮ ਮੰਨ ਕੇ ਮੋਰਚਿਆਂ ਵਿੱਚ ਫਿਰ ਜਾ ਕੇ ਬੈਠ ਗਏ ਜੀ। कसे तो फंगन आदि खरे आदि निस आराम को करे। ਅੱਧੇ ਸਿੰਘ ਪਹਿਰਾ ਦੇਣ ਲੱਗੇ ਤੇ ਅੱਧੇ ਆਰਾਮ ਕਰਨ ਲੱਗੇ। ਸ਼ਸਤਰ ਤਿਆਰ ਪਰ ਤਿਆਰ ਬੰਦੂਕਾਂ ਭਰ ਕੇ ਰੱਖੀਆਂ। यो खेत बिकराल विसाला कूकत मिले बृंद शिगराला। ਇਹੋ ਜੰਗ ਦਾ ਮੈਦਾਨ ਬੜਾ ਭਿਆਨਕ ਹੋ ਚੁੱਕਿਆ ਸੀ, ਜਿਸ ਵਿੱਚ ਬਹੁਤ ਸਾਰੇ ਕੁੱਤੇ, ਗਿੱਦੜ ਆਦਿ ਜਾਨਵਰ ਮਾਸ ਖਾਣ ਵਾਲੇ ਭੱਜ ਰਹੇ ਹਨ, ਘੁੰਮੇ ਫਿਰਦੇ ਹਨ। बहुते स्वान पुकारत फिरे सूरन आमिक भ्याखन करे। और बहुत सारे कुत्ते मांस खान ਪਿੱਛੇ ਆਪਸ ਵਿੱਚ ਲੜ ਪੈਂਦੇ ਆ, ਰੌਲਾ ਪਾਈ ਜਾਂਦੇ ਆ, ਭੌਂਕੀ ਜਾਂਦੇ ਆ। ਗਿੱਦੜ ਅਤੇ ਕੁੱਤੇ ਚੀਕਾਂ ਮਾਰਦੇ ਹਨ ਔਰ ਸੂਰਮਿਆਂ ਦਾ ਮਾंस ਖਾਂਦੇ ਹਨ। भूतन प्रेतन पाए तमार गावत नाचत मुदत उधार। ਭਾਈ ਸਾਹਿਬ ਜੀ ਨੇ ਜੰਗ ਦਾ ਇੱਕ ਭਿਆਨਕ ਰੂਪ ਸਾਹਮਣੇ ਸਾਡੇ ਲਿਆਂਦਾ ਹੈ ਕਿ ਮਾਨੋ ਇਉਂ ਲੱਗਦਾ ਜਿਵੇਂ ਜੰਗ ਦੇ ਵਿੱਚ ਜੋਗਣੀਆਂ, ਭੂਤ ਪ੍ਰੇਤ ਵੀ ਲਹੂ ਪੀਣ ਵਾਸਤੇ ਆ ਗਏ ਹੋਣ। सिर के बार खिंडाए कराले मिली जोगनी शब्द उठाले। ਮਤਲਬ ਉੱਥੇ ਕੋਈ ਇਸਤਰੀਆਂ ਦਿਸਦੀਆਂ ਨਹੀਂ ਖਿੰਡੇ ਵਾਲਾਂ ਵਾਲੀਆਂ, ਇੱਕ ਜੰਗ ਦਾ ਸਰੂਪ ਖਿੱਚਿਆ ਕਿ ਖਿੰਡੇ ਹੋਏ ਬਾਲ, ਭੂਤ ਪ੍ਰੇਤਨੀਆਂ ਔਰ ਜੋਗਣੀਆਂ ਜਿਹੜੀਆਂ ਲਹੂ ਪੀਂਦੀਆਂ ਯੋਧਿਆਂ ਸੂਰਮਿਆਂ ਦਾ ਭਿਆਨਕ ਚੀਕਾਂ ਮਾਰਦੀਆਂ ਫਿਰਦੀਆਂ ਹਨ। संध्या समय ले गन सारे विचरत भद्र रुद्र होय भारे। ਔਰ ਇਸ ਤਰ੍ਹਾਂ ਸ਼ਾਮਾਂ ਦਾ ਸਮਾਂ ਸੀ, ਆਪਣੇ ਸਾਰੇ ਗਣਾਂ ਨੂੰ ਨਾਲ ਲੈ ਕੇ ਮਾਨੋ ਰੁਦਰ ਕਹਿੰਦੇ ਆ ਸ਼ਿਵ ਜੀ ਨੂੰ, ਉਹ ਵੀ ਭਿਆਨਕ ਰੂਪ ਧਾਰ ਕੇ ਫਿਰਦੇ ਹੋਣ। तुक तो कोठे मसान महाने बोलत हड़ सुनियत पैमाने। ਔਰ ਮਸਾਨ ਧੁਕ ਧੁਕ ਕੇ ਮੱਚਣ ਲੱਗੇ, ਭਾਵ ਇਸ ਤਰ੍ਹਾਂ ਮਰੇ ਹੋਏ ਘੋੜੇ ਧਰਤੀ ਤੇ ਪਏ ਸਨ। ਮਾਸ ਆਹਾਰੀ ਜਾਨਵਰ ਪੰਛੀ ਮਾਸ ਖਾ ਰਹੇ ਸਨ, ਕਿਤੇ ਸਿਰ ਕਿਤੇ ਧੜ ਪਿਆ ਹੈ ਤੇ ਅਨੋਖਾ ਹੀ ਰੂਪ ਜੰਗ ਦੇ ਮੈਦਾਨ ਦਾ ਬਣਿਆ ਹੋਇਆ ਹੈ ਜੀ। श्रोणत को कर दम रज राजा कित कित घायल हाय उबाचा। ਔਰ ਜਿਹੜੇ ਮਸਾਨ ਹਨ ਹੜ ਹੜ ਕਰਕੇ ਹੱਸਦੇ ਸਨ ਤਾਂ ਬੜਾ ਡਰ ਉਤਪਨ ਪੈਦਾ ਹੁੰਦਾ ਸੀ। ਭਾਵ ਭਿਆਨਕ ਜੰਗ ਦਾ ਮੈਦਾਨ ਹੈ ਜਿਹੜਾ ਮਾਨੋ ਇੱਕ ਡਰਾਵਣਾ ਮੈਦਾਨ ਬਣ ਗਿਆ ਹੈ, ਜਿਹਦੇ ਵਿੱਚ ਜੋਗਣੀਆਂ ਨੱਚ ਰਹੀਆਂ ਔਰ ਜਿਹੜੇ ਮੁੰਡ ਹਨ ਭਾਵ ਸਿਰ ਹਨ ਦੂਰ ਦੂਰ ਤੱਕ ਪਏ ਹਨ ਤੇ ਜਿਨ੍ਹਾਂ ਦਾ ਸੰਸਕਾਰ ਕੀਤਾ ਜਾ ਰਿਹਾ ਹੈ ਉਹ ਵੀ ਧੁੱਕ ਧੁੱਕ ਕੇ ਹੱਡ ਮੱਚਦੇ ਹੋਏ ਭਿਆਨਕ ਆਵਾਜ਼ਾਂ ਕਰਦੇ ਹਨ। ਮਰੇ ਤਰੰਗਮ ਧਰਨੀ ਪਰੇ ਪਲ ਪੱਖੀ ਪਲ ਪੱਖਨ ਕਰੇ। ਧਰਤੀ ਜਿਹੜੀ ਹੈ ਖੂਨ ਦੇ ਨਾਲ ਗਾਰਾ ਬਣ ਗਿਆ ਹੈ, ਕਿਤੇ ਘਾਇਲ ਜ਼ਖਮੀ ਹਾਏ ਹਾਏ ਵੀ ਕਰ ਰਹੇ ਹਨ, ਜਿਨ੍ਹਾਂ ਨੂੰ ਪਹਾੜੀਏ ਛੱਡ ਕੇ ਭੱਜ ਗਏ, ਆਪਣੇ ਜ਼ਖਮੀਆਂ ਨੂੰ ਚੱਕ ਕੇ ਵੀ ਨਹੀਂ ਲਗਾਏ। ਔਰ ਇਸ ਤਰ੍ਹਾਂ ਕਿਤੇ ਘੋੜੇ ਮਰੇ ਪਏ ਹਨ ਧਰਤੀ ਤੇ, ਕਿਤੇ ਮਾਸ ਖਾਣ ਵਾਲੇ ਜਾਨਵਰ ਮਾਸ ਖਾ ਰਹੇ ਹਨ। ਜੋਦੇ ਮੁੰਡ ਕਾਹੋਂ ਰੁੰਡ ਕਰਾਲੇ ਖੜਗ ਸਮੇਤ ਹੱਥ ਕੱਟ ਡਾਲੇ। ਕਿਤੇ ਮੁੰਡ ਗੇਂਦਾਂ ਦੀ ਤਰ੍ਹਾਂ, ਫੁੱਟਬਾਲਾਂ ਦੀ ਤਰ੍ਹਾਂ ਰੁੜੇ ਫਿਰਦੇ ਹਨ ਔਰ ਕਿਤੇ ਰੁੰਡ ਕਰਾਲੇ ਜਿਹੜੀਆਂ ਧੜਾਂ ਹਨ ਬਿਨਾਂ ਸਿਰ ਤੋਂ ਪਈਆਂ ਧਰਤੀ ਤੇ ਭਿਆਨਕ ਦਿਖਾਈ ਦਿੰਦੀਆਂ ਹਨ। ਕਿਤੇ ਕਟਾਰ ਪੇਟਾਂ ਵਿੱਚ ਖਪੇ ਹੋਏ ਹਨ। ਕਾਹੋਂ ਚਰਨ ਕਾਹੋਂ ਜੰਗ ਕਟੇ ਹੈ ਕਿਤ ਕਟਾਰ ਸਨ ਪੇਟ ਫਟੇ ਹੈ। ਔਰ ਕਿਸੇ ਦੇ ਤਲਵਾਰਾਂ ਨਾਲ ਹੱਥ ਵੱਢੇ ਗਏ, ਕਿਸੇ ਦੇ ਪੈਰ ਵੱਢੇ ਗਏ, ਕਿਸੇ ਦੀਆਂ ਜੰਗ ਭਾਵ ਗੁਰੂ ਪਿਆਰਿਓ ਗੋਡਿਆਂ ਕੋਲੋਂ ਲੱਤਾਂ ਵੱਢੀਆਂ ਹੋਈਆਂ ਹਨ ਔਰ ਕਿਸੇ ਦੇ ਪੇਟ ਵਿੱਚ ਕਟਾਰ ਵੱਜ ਕੇ ਪੇਟ ਫਟੇ ਪਏ ਹਨ। ਘੋਰ ਦਰਸ਼ਨਾ ਧਰਨੀ ਹੋਏ ਦੇਖੀ ਜਾਏ ਨਾ ਕਾਇਰ ਜੋਏ। ਇਸ ਤਰ੍ਹਾਂ ਧਰਤੀ ਜਿਹੜੀ ਹੈ ਘੋਰ ਭਿਆਨਕ ਰੂਪ ਧਾਰ ਕੇ ਬੈਠੀ ਹੈ, ਜਿਸ ਦੇ ਵੱਲ ਆਮ ਬੰਦਾ ਦੇਖ ਕੇ ਹੀ ਡਰ ਜਾਵੇ ਜਿੱਥੇ ਜੰਗ ਹੋਇਆ ਹੈ। ਸਿੰਘ ਮੋਰਚੇ ਤੇਰੇ ਸੋਜਤੇ ਵਾਹਿਗੁਰੂ ਜੀ ਕੀ ਕਹਿ ਫਤਿਹ। ਔਰ ਜਿਤਨੇ ਸਿੰਘ ਜੰਗ ਦੇ ਮੈਦਾਨ ਵਿੱਚ ਮੋਰਚਿਆਂ ਵਿੱਚ ਬੈਠੇ ਹਨ ਗੁਰੂ ਕੀਆਂ ਫੌਜਾਂ, ਉਹ
ਉੱਚੀ ਉੱਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜਕਾਰੇ ਛੱਡ ਰਹੇ ਹਨ। ਗਰਜ ਗਰਜ ਕਰ ਦੂਰ ਸੁਨਾਵੇ ਵਿਜੇ ਆਪਣੀ ਸਭਨ ਸੁਨਾਵੇ। ਔਰ ਇਸ ਤਰ੍ਹਾਂ ਆਪਣੀ ਜਿੱਤ ਦਾ ਮਾਨੋ ਸਾਰਿਆਂ ਨੂੰ ਦੱਸਦੇ ਆ ਕਿ ਖਾਲਸਾ ਫੌਜਾਂ ਨੇ ਜੰਗ ਜਿੱਤੀ ਆ। ਇਹ ਇਸ ਵਿਦ ਬੇਤੀ ਖਾਲਸੇ ਮਾਹੀ ਮਰੇ ਸੋ ਮਰੇ ਸ਼ੋਕ ਕਛ ਨਾਹੀ। ਇਸ ਤਰ੍ਹਾਂ ਖਾਲਸੇ ਦੇ ਨਾਲ ਇਹ ਜੰਗ ਜਿਹੜੀ ਹੈ ਹੋਈ। ਜਿਹੜੇ ਮਰ ਗਏ ਉਹਨਾਂ ਦਾ ਕੋਈ ਦੁੱਖ ਨਹੀਂ, ਕਿਉਂਕਿ ਜੰਗ ਦਾ ਮੈਦਾਨ ਮਰਨ ਵਾਸਤੇ ਹੀ ਹੁੰਦਾ ਹੈ। ਉਹ ਤਾਂ ਭੋਰ ਧਾਰੀ ਉਤਸਾਹ ਤੇਰੇ ਪੁਨ ਕੋ ਸੰਗਰ ਬਾਹਾ। ਇਸ ਤਰ੍ਹਾਂ ਦਿਨ ਚੜ੍ਹਦੇ ਤੱਕ ਸਿੰਘਾਂ ਨੇ ਰਾਤ ਨੂੰ ਬੜਾ ਹੀ ਜਕਾਰੇ ਛੱਡੇ, ਖੁਸ਼ੀ ਮਨਾਏ ਔਰ ਵੈਰੀਆਂ ਨੂੰ ਮਾਰ ਲਾਂਗੇ ਵੱਢ ਲਾਂਗੇ ਇਦਾਂ ਦੇ ਨਾਲ ਬੜੇ ਉਤਸ਼ਾਹ ਵਿੱਚ ਹਨ। ਅਬ ਪਹਾੜੀਆਂ ਕੀ ਬੜ ਸੈਨਾ ਕਹੋ ਕਥਾ ਬੀਤੀ ਜਿਮ ਰਹਿਣਾ। ਆਓ ਹੁਣ ਪਹਾੜੀਆਂ ਦੀ ਸੈਨਾ ਦੇਖਦੇ ਆ, ਉਹਨਾਂ ਦੇ ਘਰੇ ਕੀ ਹਾਲ ਹੈ। ਜਿਹੜੇ ਪਹਾੜੀਏ ਭੱਜ ਕੇ ਗਏ ਆ, ਜਿਨ੍ਹਾਂ ਦੀਆਂ ਫੌਜਾਂ ਮਰ ਗਈਆਂ, ਰਾਤ ਨੂੰ ਉਹਨਾਂ ਦੇ ਘਰੇ ਕੀ ਹੋ ਰਿਹਾ ਹੈ। ਗਿਰ ਪਤਿਆਰ ਗਿਰੇ ਨਰ ਸਮਦਾਇਆ ਕਿਤਕ ਪਰਜਾਰ ਸੋ ਭਟ ਨਰਾਇਆ। ਔਰ ਪਹਾੜੀ ਰਾਜੇ, ਪਹਾੜੀ ਲੋਕ, ਪਰਜਾ ਤੇ ਫੌਜਾਂ ਜਿਨ੍ਹਾਂ ਨੇ ਸਿੰਘਾਂ ਦੇ ਨਾਲ ਜੰਗ ਕੀਤਾ ਸੀ, ਦੋਹਰਾ ਲਾਜ ਸੋਕ ਸਭ ਮੈਂ ਪਿਓ ਚਿੰਤਾ ਹਿਰਦੇ ਉਪਾਏ। ਔਰ ਬੜੇ ਸ਼ਰਮਸ਼ਾਰ ਹੈ, ਗਮਗੀਨ ਹਨ, ਦੁਖੀ ਹਨ, ਕਿਉਂਕਿ ਨੁਕਸਾਨ ਵੀ ਬਹੁਤ ਹੋ ਗਿਆ ਤੇ ਜੰਗ ਜਿੱਤ ਵੀ ਨਹੀਂ ਸਕੇ। ਜਿਹੜੇ ਫੜਾ ਮਾਰਦੇ ਸੀ ਅਸੀਂ ਖਾਲਸੇ ਨੂੰ, ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਚੋਂ ਕੱਢ ਕੇ ਸਾਹ ਲਵਾਂਗੇ, ਪਰ ਉਹ ਆਪਣੇ ਮੂੰਹ ਦਿਖਾ ਕੇ ਮੁੜ ਗਏ ਤੇ ਘਰ ਵਿੱਚ ਬੜੀ ਚਿੰਤਾ ਵਿੱਚ ਬੈਠੇ ਹਨ। ਸੁਨੋ ਵਾਰਤਾ ਤਿਨੋ ਕੀ ਗਨ ਸੋਤਾ ਚਿਤ ਲਾਏ। ਆਓ ਗੁਰੂ ਪਿਆਰੇ ਸਰੋਤੇ ਜਨੋ ਦੇਖੀਏ ਭਲਾ ਉਹਨਾਂ ਪਹਾੜੀਆਂ ਦਾ ਕੀ ਹਾਲ ਹੈ। ਦੋਹਰਾ ਭੀਮ ਚੰਦ ਬਿਨ ਆਨੰਦ ਕੇ ਦੇਖ ਰਹੇ ਹੋ ਬਿਸਮਾਏ। ਭੀਮ ਚੰਦ ਜਿਹੜਾ ਹੈ ਉਹਦਾ ਖੁਸ਼ੀ ਉੱਡ ਗਈ ਹੈ, ਕਫੂਰ ਹੋ ਗਈ ਹੈ, ਆਨੰਦ ਖਤਮ ਹੋ ਗਿਆ। ਜਿਹੜਾ ਫੜਾ ਮਾਰਦਾ ਸੀਗਾ ਤੇ ਆਪਣੇ ਲਸ਼ਕਰ ਦੀ ਗਿਣਤੀ ਤੇ ਖਾਲਸੇ ਦੀ ਗਿਣਤੀ ਮਿਲਾ ਕੇ ਸੋਚਦਾ ਸੀਗਾ ਕਿ ਅਸੀਂ ਸ਼ਾਇਦ ਏਦਾਂ ਹੀ ਜਾ ਕੇ ਖਾਲਸੇ ਨੂੰ ਕੱਢ ਦੇਵਾਂਗੇ, ਪਰ ਜਦੋਂ ਵੀ ਸਰਕਾਰਾਂ ਨੇ ਉਹਨਾਂ ਸਮਿਆਂ ਤੋਂ ਲੈ ਕੇ ਅੱਜ ਤੱਕ ਖਾਲਸੇ ਦੀ ਗਿਣਤੀ ਵੇਖ ਕੇ ਹੰਕਾਰ ਕੀਤਾ ਹੈ ਨਾ, ਉਦੋਂ ਉਹਨਾਂ ਨੇ ਮੂੰਹ ਦੀ ਖਾਧੀ ਹੈ। ਤੇ ਪਾਤਸ਼ਾਹ ਜੀ ਦੇ ਬਚਨੇ ਸਤ ਕੀਤੀ ਹੈ ਫੌਜਾਂ ਨੇ, 1.25 ਲੱਖ ਸੇ ਏਕ ਲੜਾਊ ਤਵੇ ਗੋਬਿੰਦ ਸਿੰਘ ਨਾਮ ਕਹਾਊ। ਤੇ ਚਾਹੇ ਉਹ ਜੰਗ ਕਿਸੇ ਵੇਲੇ ਵੀ ਹੋਏ, ਚਾਹੇ ਵਰਤਮਾਨ ਦੀ 84 ਦੀ ਜੰਗ ਸੀ, ਹੁਣ ਖਾਲਸੇ ਹਰਮੰਦਰ ਸਾਹਿਬ ਕੁਝ ਸੈਂਕੜਿਆਂ ਵਿੱਚ ਸੰਤ ਅਕਾਲ ਤਖਤ ਸਾਹਿਬ ਤੇ, ਪਰ ਇਧਰ ਸਰਕਾਰ ਨੇ ਸਿਖਲਾਈ ਕੀਤੀ ਹੋਈ ਤਕੜੀ ਫੌਜ ਟੈਂਕਾਂ ਸਮੇਤ ਚੜਾਈ ਸੀ, ਪਰ ਇਹ ਵੀ ਮੂੰਹ ਦਿਖਾ ਕੇ ਮੁੜੇ ਕੋ ਸਤਨਾਮ। ਇਸੇ ਤਰ੍ਹਾਂ ਹੀ ਜਦੋਂ ਵੀ ਖਾਲਸੇ ਨਾਲ ਕਿਸੇ ਨੇ ਇਹ ਸੋਚ ਕੇ ਜੰਗ ਕੀਤਾ ਹੈ ਕਿ ਇਹ ਤਾਂ ਥੋੜੇ ਜਿਹਾ ਅਸੀਂ ਜਾ ਕੇ ਨੱਪ ਲਵਾਂਗੇ, ਉਹਨਾਂ ਨੂੰ ਬੜਾ ਮੁਸ਼ਕਲ ਹੋਈ ਹੈ। ਤੇ ਭੀਮ ਚੰਦ ਜਿਹੜਾ ਫੜਾ ਮਾਰਦਾ ਸੀ ਰਾਜਿਆਂ ਨਾਲ, ਆਪਣੇ ਨਾਲ ਤਾਂ ਬੜੇ ਲੋਕ ਹੈ ਯਾਰ, ਆਪਾਂ ਤਾਂ ਲੱਖਾਂ ਹਜ਼ਾਰਾਂ 'ਚ ਪਹੁੰਚ ਗਏ, ਉਹ ਤਾਂ ਸੈਂਕੜਿਆਂ 'ਚ ਹੀ ਹਨ, ਆਪਾਂ ਜਿੱਤ ਲਵਾਂਗੇ, ਆਨੰਦਪੁਰ ਚੋਂ ਕੱਢ ਦੇਵਾਂਗੇ ਗੁਰੂ ਗੋਬਿੰਦ ਸਿੰਘ ਨੂੰ। ਹੁਣ ਘਰੇ ਬੈਠੇ ਪਛਤਾਉਂਦੇ ਹਨ। ਵੀਰ ਹਜ਼ਾਰੋਂ ਬਚ ਰਹੇ ਲੋਤ ਨਹੀਂ ਕਿਮ ਲਿਆਏ। ਔਰ ਮਰੇ ਤਾਂ ਮਰੇ, ਸਿੰਘਾਂ ਨੇ ਇਹਨਾਂ ਨੂੰ ਨਾ ਤਾਂ ਜਰਨੈਲਾਂ ਦੀਆਂ ਲੋਥਾਂ ਚੱਕਣ ਦਿੱਤੀਆਂ ਤੇ ਨਾ ਕਿਸੇ ਹੋਰ ਜ਼ਖਮੀਆਂ ਨੂੰ ਸੰਭਾਲਣ ਦਿੱਤਾ। ਭਾਵ ਉਹ ਆਪਣੀਆਂ ਜਾਨਾਂ ਬਚਾਉਂਦੇ ਹੋਏ ਆਪਣੀਆਂ ਫੌਜਾਂ ਨੂੰ ਜ਼ਖਮੀ ਹੋਈਆਂ ਨੂੰ ਵੀ ਛੱਡ ਗਏ, ਉਹਨਾਂ ਨੂੰ ਲੈ ਕੇ ਨਹੀਂ ਗਏ। ਅਰਬ ਖਾਲਸਾ ਅਰਿਓ ਲਹੋ ਹੈ ਬਹੁਤ ਹਮਾਰੀ ਦਿਸ਼ਾ ਰਹੋ ਹੈ। ਕਮਾਲ ਹੋ ਗਈ ਯਾਰ, ਥੋੜੇ ਜਿਹੇ ਸਿੱਖ ਕਿਵੇਂ ਸਾਡੇ ਅੱਗੇ ਅੜ ਕੇ ਖੜੇ ਰਹੇ, ਸਾਡੇ ਪਾਸ ਐਡੀ ਵੱਡੀ ਫੌਜ ਸੀ। ਬਚ ਰਹੇ ਹੀਰ ਕੋ ਡਾਲਤ ਅਨੇਕ ਪ੍ਰਕਾਰ ਕੀ ਬਲ ਘਾਲਤ। ਔਰ ਅਸੀਂ ਬਾਰ-ਬਾਰ ਜੋਸ਼ ਦੇ ਨਾਲ ਹੱਲੇ ਤਾਂ ਬਹੁਤ ਕੀਤੇ ਸਾਡੀ ਫੌਜ ਨੇ, ਪਰ ਖਾਲਸੇ ਦੇ ਅੱਗੇ ਇੱਕ ਨਹੀਂ ਚੱਲੀ ਜੀ। ਨਹੀਂ ਕਿਸੂ ਨੇ ਸਿੰਘ ਹਲਾਏ ਗਾੜ ਨਿਸ਼ਾਨ ਤੇਰੇ ਜਿਸ ਥਾਏ। ਔਰ ਜਿੱਥੇ ਸਿੱਖਾਂ ਨੇ ਝੰਡਾ ਗੱਡ ਦਿੱਤਾ ਉੱਥੋਂ ਸਿੱਖਾਂ ਨੂੰ ਇਹ ਪਿੱਛੇ ਨਹੀਂ ਕਰ ਸਕੇ ਪਹਾੜੀਏ। ਜਿਸ ਤਰ੍ਹਾਂ ਆਪਾਂ ਸਰਵਣ ਕੀਤਾ ਕਿ ਜਦੋਂ ਇਹਨਾਂ ਦਾ ਜਰਨੈਲ ਗੁਰੂ ਪਿਆਰੇ ਗੁੱਜਰ ਜਦ ਉਸ ਦੀ ਲਾਸ਼ ਚੱਕਣ ਵਾਸਤੇ ਆਏ, ਗੁੱਜਰ ਇਕੱਠੇ ਹੋ ਕੇ ਪਹਾੜੀਏ,
ਤੇ ਸਿੰਘਾਂ ਨੇ ਜਾ ਕੇ ਉਸੇ ਜਰਨੈਲ ਦੀ ਛਾਤੀ ਦੇ ਉੱਤੇ ਵਰਸ਼ੇ ਵਾਲਾ ਝੰਡਾ ਗੱਡ ਦਿੱਤਾ। ਕੋ ਸਤਨਾਮ। ਔਰ ਫਿਰ ਜ਼ੋਰ ਲਾ ਲਿਆ ਜਰਨੈਲ ਦੀ ਲਾਸ਼ ਚੱਕਣ ਵਾਸਤੇ, ਚੱਕ ਨਹੀਂ ਸਕੇ। ਬਾਰ-ਬਾਰ ਅੱਗੇ ਆਉਂਦੇ ਆ ਭਮੱਕੜਾਂ ਦੀ ਨਿਆਈ ਤੇ ਖਾਲਸਾ ਵੱਢ-ਵੱਢ ਕੇ ਟੋਟੇ ਕਰ ਕਰਕੇ ਉਸੇ ਝੰਡੇ ਦੇ ਥੱਲੇ ਹੀ ਸਿੱਟ ਰਿਹਾ। ਇਸ ਕਰਕੇ ਭੀਮ ਚੰਦ ਘਰੇ ਬੈਠਾ ਸੋਚਦਾ ਹੁਣ ਬਈ ਸਾਨੂੰ ਤਾਂ ਸਾਡੇ ਜ਼ਖਮੀ, ਸਾਡੇ ਮਰੇ ਹੋਏ ਵੀ ਚੱਕਣ ਨਹੀਂ ਦਿੱਤੇ ਜੀ। ਹੁਣ ਸੋਚ ਰਿਹਾ ਵੀ ਯਾਰ ਇਹਨਾਂ 'ਚ ਕੀ ਜੁਗਤ ਹੈ, ਕੀ ਸ਼ਕਤੀ ਆ, ਇਹ ਲੜਦੇ ਕਿਵੇਂ ਆ, ਇਹ ਖਾਲਸੇ ਕਿਉਂ ਨਹੀਂ ਜਿੱਤੇ ਜਾਂਦੇ। ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਹੈ, ਇਹ ਉਹਨਾਂ ਦੀ ਕਿਰਪਾ ਹੈ। ਵਾਕਿਆ ਇੱਕ ਇੱਕ ਸਿੰਘ ਦੇ ਵਿੱਚ ਇੰਨਾ ਜੋਸ਼ ਭਰ ਦਿੰਦੇ ਆ ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਵੇਖ ਕੇ ਵੀ ਫੌਜ ਨੂੰ ਗੁਰੂ ਪਿਆਰੋ ਡਰਦਾ ਨਹੀਂ, ਅੜ ਜਾਂਦਾ ਤੇ ਅਖੀਰ ਫੌਜਾਂ ਭੱਜ ਜਾਂਦੀਆਂ ਹਨ। ਆ ਸੂਰੀ RSS ਦਾ ਸੂਰੀ ਕੋਈ 1000 ਕੁ ਬੰਦਾ ਇਕੱਠਾ ਕਰਕੇ ਆਪਦਾ ਤੇ ਖਾਲਸਾ ਜਰਨੈਲ ਸਿੰਘ ਜੀ ਦਾ ਪੁਤਲਾ ਫੂਕਣ ਵਾਸਤੇ ਆ ਗਿਆ ਉਹਨਾਂ ਦੇ ਦਿਹਾੜੇ ਤੇ। ਕੋ ਸਤਨਾਮ। ਤੇ ਦੂਜੇ ਪਾਸੇ ਉਹ ਫੌਜਾਂ ਗੁਰੂ ਕੀਆਂ ਪਹੁੰਚ ਗਈਆਂ ਵੀ ਤੈਨੂੰ ਅਸੀਂ ਫੂਕਣ ਨਹੀਂ ਦੇਣਾ, ਜ਼ੋਰ ਲਾ ਲਾ। ਉਹਦੇ ਨਾਲ ਸਰਕਾਰੀ ਪੁਲਿਸ ਵੀ ਸੀ, ਫੌਜ ਵੀ ਸੀਗੀ, ਪੁਤਲਾ ਫੂਕਾਂਗੇ ਕਹਿੰਦੇ ਅਸੀਂ। ਇਹਦੇ ਸਿੰਘਾਂ ਨੇ ਬਹੁਤ ਸਮਝਾਇਆ ਵੀ ਇਹਨੂੰ ਹਟਾ ਦਿਓ, ਜੇ ਨਹੀਂ ਅੱਗ ਲਾਤੀ ਤੇ ਅਸੀਂ ਛੱਡਣਾ ਕਿਸੇ ਨੂੰ ਨਹੀਂ। ਅਖੀਰ ਗੁਰੂ ਪਿਆਰਿਓ ਜਦੋਂ ਨਾ ਉਹ ਹਟੇ, ਉਹ ਵੀ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਅਖੀਰ ਇੱਕੋ ਸਿੰਘ ਨੇ ਜਿਹਦੇ ਕੋਲ ਤਲਵਾਰ ਸੀ ਕੱਢ ਕੇ ਮਿਆਨ ਚੋਂ ਜੁਕਾਰਾ ਛੱਡ ਕੇ ਜਦ ਭੱਜਿਆ ਨਾ, ਤੇ ਜਿੰਨੇ ਸੂਰੀ ਦੇ ਨਾਲ ਸੂਰ ਸੀ ਸਾਰੇ ਹੀ ਭਾਜਣਾ ਪਾ ਕੇ ਭੱਜਦੇ ਹੋਏ ਦਿਖਾਈ ਦਿੱਤੇ। ਔਰ ਇਹ ਤਾਂ ਨਜ਼ਾਰਾ ਤੁਸੀਂ ਕੱਲ ਪਰਸੋਂ ਆਪ ਹੀ ਦੇਖਿਆ, ਤੁਹਾਡੇ ਮੋਬਾਈਲਾਂ ਤੇ ਆਈ ਹੋਣੀ ਖਬਰ। ਤੂੰ ਇਸ ਤਰ੍ਹਾਂ ਹੁਣ ਘਰੇ ਬੈਠਾ ਭੀਮ ਚੰਦ ਸੋਚਦਾ ਵੀ ਸਿੱਖਾਂ ਦੇ ਵਿੱਚ ਕਿਹੜੀ ਜੁਗਤੀ ਹੈ, ਕਿਹੜੀ ਸ਼ਕਤੀ ਹੈ ਕਿ ਇਹ ਥੋੜੇ ਜਿਹੇ ਸਿੱਖ ਸਾਡੀ ਹਜ਼ਾਰਾਂ ਦੀ ਗਿਣਤੀ ਫੌਜ ਮਾਰ ਦਿੱਤੀ ਹੈ ਔਰ ਇਹ ਅੜੇ ਰਹੇ। ਅਸੀਂ ਇਹਨਾਂ ਦਾ ਕੁਝ ਵਿਗਾੜ ਨਹੀਂ ਸਕੇ ਜੀ। ਔਰ ਸੈਨਾ ਲੜ ਕੇ ਪਿੱਛੇ ਹਟ ਗਈ ਹੈ। ਰਾਜਿਆਂ ਨੇ ਆਪਣੇ ਆਪਣੇ ਡੇਰੇ ਦੂਰ ਜਾ ਕੇ ਸਿੰਘਾਂ ਤੋਂ ਲਾ ਲਏ। ਇਹ ਪਹਾੜੀਆਂ ਦੇ ਨਾਲ ਇੱਕ ਵੱਡੀ ਜੰਗ ਸੀ ਪਹਿਲੀ। ਇਸ ਤੋਂ ਬਾਅਦ ਫਿਰ ਇਹ ਤੁਰਕਾਂ ਨੂੰ ਲੈ ਕੇ ਆਉਂਦੇ ਆ, ਦਿੱਲੀ ਤੋਂ ਫੌਜ ਲੈ ਕੇ ਆਉਂਦੇ ਆ, ਸੈਂਟਰ ਤੋਂ, ਔਰੰਗਜ਼ੇਬ ਤੋਂ ਮੰਗ ਕੇ। ਉਹ ਅਗਲੀ ਜੰਗ ਹੈ। ਇਹ ਇਕੱਲੇ ਪਹਾੜੀਆਂ ਨੇ ਜ਼ੋਰ ਅਜਮਾਈ ਕਰਕੇ ਦੇਖੀ ਸੀਗੀ। ਜਦੋਂ ਇਕੱਠੇ ਹੋ ਗਏ ਨਾ ਸਾਰੇ, ਮੈਂ ਤੁਰਕਾਂ ਨੂੰ ਵੀ ਸੱਦਿਆ ਸੀਗਾ, ਪਰ ਉਦੋਂ ਪਹਿਲਾਂ ਸਲਾਹ ਕੀਤੀ ਵੀ ਯਾਰ ਕਿਉਂ ਨਾ ਆਪਾਂ ਲੜ ਕੇ ਦੇਖੀਏ। ਆਪਣੀ ਇੰਨੀ ਗਿਣਤੀ ਹੋ ਗਈ, 22 ਧਾਰ ਦੇ 22 ਰਾਜਿਆਂ ਦੀ ਲੱਖਾਂ ਦੀ ਗਿਣਤੀ 'ਚ ਫੌਜ ਇਕੱਠੀ ਹੋ ਗਈ ਤਾਂ ਸਾਰੇ ਪਿੰਡਾਂ ਦੇ ਨੌਜਵਾਨ ਇਕੱਠੇ ਕਰ ਲੈਂਦੇ ਆ। ਉਹ ਤਾਂ ਕੁਝ ਸੈਂਕੜੀ ਹੈ ਸਿੱਖ ਤਾਂ ਅਨੰਦਪੁਰ 'ਚ, ਆਪਾਂ ਭਜਾ ਦੇਵਾਂਗੇ। ਆਪਾਂ ਜ਼ੋਰ ਅਜਮਾਈ ਤਾਂ ਕਰਕੇ ਦੇਖੀਏ, ਪਰ ਕਰਕੇ ਦੇਖ ਲਈ ਖਾਲਸੇ ਦੇ ਪੈਰ ਨਹੀਂ ਪੱਟ ਸਕੇ, ਹਿਲਾ ਨਹੀਂ ਸਕੇ। ਅਖੀਰ ਇਹਨਾਂ ਦੀ ਫੌਜ ਡਰਦੀ ਲੜਦੀ ਪਿੱਛੇ ਹਟ ਕੇ ਭੱਜ ਗਈ ਤੇ ਦੂਰ ਜਾ ਕੇ ਇਹਨਾਂ ਨੇ ਸ਼ਿਵਰ ਭਾਵ ਉਤਾਰਾ ਕੀਤਾ। ਤੰਬੂ ਜਿੱਥੇ ਲੱਗੇ ਉੱਥੇ ਜਾ ਬੈਠੇ ਜੀ। ਬੜੇ ਬੜੇ ਸੋਖੇ ਤਰ੍ਹਾਂ ਹੈ ਜੋ ਕਾਇਦ ਸੰਭਾਲ ਲਏ ਹੈ। ਇਸ ਤਰ੍ਹਾਂ ਇਹ ਮਰੇ ਹੋਏ ਆਪਣੇ ਪਹਾੜੀਆਂ ਨੂੰ ਵੀ ਚੱਕ ਕੇ ਨਹੀਂ ਲਗੇ। ਹੋਰ ਤਾਂ ਹੋਰ ਇਹਨਾਂ ਦਾ ਜਰਨੈਲ ਵੀ ਖਾਲਸੇ ਨੇ ਚੱਕਣ ਨਹੀਂ ਦਿੱਤਾ। ਤਾਕਤ ਸੂਰ ਮੇ ਸਕਲ ਤੁਰੰਗਨ ਮਰਜਾਨੇ ਮੁਖ ਸਿਤਲੇ ਅੰਗਨ। ਔਰ ਇਹਨਾਂ ਦੀ ਫੌਜ ਥੱਕ ਚੁੱਕੀ ਹੈ। ਇੱਕ ਤਾਂ ਜੰਗ ਬੜਾ ਭਿਆਨਕ ਸੀ, ਜੇ ਜਿੱਤ ਜਾਂਦੇ ਤਾਂ ਵੀ ਹੱਲਾਸ਼ੇਰੀ ਹੋ ਜਾਂਦੀ ਹੈ, ਹਾਰਨ ਕਰਕੇ ਥਕੇਵਾ ਹੋਰ ਵੀ ਉਤਰ ਆਉਂਦਾ ਹੈ। ਇਸ ਕਰਕੇ ਥੱਕੀ ਹੋਈ ਫੌਜ, ਥੱਕੇ ਹੋਏ ਘੋੜੇ, ਮੁਰਝਾਏ ਹੋਏ ਮੂੰਹ ਔਰ ਇਹਨਾਂ ਪਹਾੜੀਆਂ ਦੇ ਬਿਨ ਉਤਸ਼ਾਹ ਸ਼ੋਕ ਮੈਂ ਕੀਤੇ ਸੰਬੰਧੀ ਹੱਥ ਘਾਲਿਓ ਜੇਤੇ। ਔਰ ਇਹਨਾਂ ਦੇ ਅੰਦਰ ਕੋਈ ਉਤਸ਼ਾਹ ਨਹੀਂ, ਗਮਗੀਨ ਚਿਹਰੇ ਹੈ ਜਿਨ੍ਹਾਂ ਦੇ ਬਹੁਤ ਸਾਰੇ ਸੰਬੰਧੀ, ਕਿਸੇ ਦਾ ਪਿਓ, ਕਿਸੇ ਦਾ ਪੁੱਤ, ਕਿਸੇ ਦਾ ਭਰਾ ਖਾਲਸੇ ਦੇ ਨਾਲ ਲੜਦਾ ਹੋਇਆ ਮਾਰਿਆ ਗਿਆ। ਮੰਤਰੀ ਅਪਰਜਿਤ ਕਥੀ ਸਿਆਣੇ ਹੋਤ ਸਮੀਪ ਸਕਲ ਸਨਮਾਨੇ। ਉਹ ਜਿਹੜੇ ਸਿਆਣੇ ਮੰਤਰੀ ਸਨ ਨੇੜੇ ਆਉਣ ਤੇ ਸਭ ਦਾ ਸਨਮਾਨ ਕੀਤਾ ਭੀਮ ਚੰਦ ਰਾਜੇ ਨੇ। ਨਿਜ ਵਜ਼ੀਰ ਕੋ ਨਿਕਟ ਬਿਠਾਰਾ ਜਵਾਲਤ ਮਸਾਲ ਖਰੀ ਗਨ ਚਾਰਾ। ਔਰ ਆਪਣੇ ਵਜ਼ੀਰ ਨੂੰ ਕੋਲ ਬਿਠਾਇਆ ਹੈ।
ਰਾਤ ਦਾ ਸਮਾਂ ਹੈ, ਉਦੋਂ ਬਿਜਲੀਆਂ ਥੋੜਾ ਸੀਗੀਆਂ, ਉਦੋਂ ਮਸ਼ਾਲਾਂ ਹੀ ਜਗਾਈਆਂ ਜਾਂਦੀਆਂ ਸੀਗੀਆਂ, ਹੱਥ ਵਿੱਚ ਫੜ ਕੇ ਉੱਚੀ ਬਹੁਤ ਸਾਰੀਆਂ ਮਸ਼ਾਲਾਂ ਜਗਾ ਕੇ ਖੜੇ ਹਨ। ਆਏ ਕੇਸਰੀ ਚੰਦ ਹਡੂਰੀ ਗੋਪ ਕਟੋਚ ਆਦ ਬਿਦਰੂਰੀ। ਔਰ ਹੁਣ ਸਾਰੇ ਰਾਜੇ ਭੀਮ ਚੰਦ ਕੋਲ ਇਕੱਠੇ ਹੋਣ ਲੱਗੇ। ਕਿਰਪਾਲ ਕਟੋਚੀਆ, ਹਡੂਰੀਆ ਔਰ ਕੇਸਰੀ ਚੰਦ ਵਰਗੇ ਸਭ ਨਰਿੰਦਰ ਬੈਠੇ ਜਬ ਆਏ ਤਿਨਕੇ ਜੇ ਵਜ਼ੀਰ ਸਮਦਾਏ। ਇਹ ਸਾਰੇ ਰਾਜੇ ਬਾਈ ਧਾਰ ਦੇ ਅਤੇ ਵਜ਼ੀਰ ਇਕੱਠੇ ਹੋ ਕੇ ਭੀਮ ਚੰਦ ਦੇ ਕੋਲ ਹੁਣ ਇੱਕ ਮੀਟਿੰਗ ਕਰਦੇ ਨੇ, ਸਭਾ ਲਾਉਂਦੇ ਹਨ। ਭੀਮ ਚੰਦ ਤਬ ਬਾਤ ਬਖਾਨੇ ਸੁਨੋ ਸ਼੍ਰੋਣ ਦੀ ਤੁਮ ਸਭ ਸਿਆਣੇ। ਔਰ ਭੀਮ ਚੰਦ ਗੱਜ ਕਹਿੰਦਾ, ਓਏ ਮਿੱਤਰੋ ਸੁਣੋ, ਤੁਸੀਂ ਸਿਆਣੇ ਹੋ। आज भरी जिस भांत लड़ाई कितक दिवस में दल कप जाए। ਔਰ ਜਿਵੇਂ ਅੱਜ ਸਾਡੀ ਲੜਾਈ ਹੋਈ ਆ ਪਰ ਅਸੀਂ ਜਿੱਤ ਨਹੀਂ ਸਕੇ, ਐਦਾਂ ਤਾਂ ਅਸੀਂ ਥੋੜੇ ਦਿਨਾਂ ਵਿੱਚ ਹੀ ਸਾਰੇ ਮਾਰੇ ਜਾਵਾਂਗੇ। ਜੇ ਵਾਰ-ਵਾਰ ਖਾਲਸੇ ਨਾਲ ਜੰਗ ਵਿੜਦੇ ਰਹੇ ਤੇ ਅਸੀਂ ਤਾਂ ਥੋੜੇ ਦਿਨਾਂ ਵਿੱਚ ਹੀ ਸਾਰੇ ਪਹਾੜੀਏ ਖਤਮ ਹੋ ਜਾਵਾਂਗੇ। जोधा मरे हजारों लर लर लोथ हित बोहिला कर कर। ਔਰ ਸਾਡੇ ਯੋਧੇ ਕਿੰਨੇ ਲੜਦੇ ਹੋਏ ਮਰ ਗਏ, ਕਿੰਨੇ ਖਾਲਸੇ ਨੇ ਵੱਢ ਦਿੱਤੇ, ਜਿਹੜੇ ਕਿ ਗੁਰੂ ਪਿਆਰਿਓ ਇਹਨਾਂ ਦੇ ਜਰਨੈਲ ਦੀ ਲੋਥ ਚੱਕਣ ਵਾਸਤੇ ਵਾਰ-ਵਾਰ ਅੱਗੇ ਜਾਂਦੇ ਸਨ, ਪਰ ਇਹਨਾਂ ਨੇ ਲੋਥ ਚੱਕਣ ਨਹੀਂ ਦਿੱਤੀ ਸਿੰਘਾਂ ਨੇ। ਇਸ ਤਰ੍ਹਾਂ ਗੁਰੂ ਪਿਆਰਿਓ ਇਹ ਹੁਣ ਆਪਸ ਵਿੱਚ ਬੈਠ ਕੇ ਵਿਚਾਰਾਂ ਕਰਦੇ ਹਨ। आर्यो खालसा तेज तर तर छोरत ज्वाला बवनी पर पर। ਯਾਰ ਕਮਾਲ ਹੋ ਗਈ, ਅਸੀਂ ਬੜੀ ਤੇਜ਼ੀ ਨਾਲ ਲੜੇ ਤੇ ਖਾਲਸਾ ਸਹਿਜ ਨਾਲ ਹੀ ਲੜਦਾ ਰਿਹਾ। ਉਹਨੇ ਕੋਈ ਕਾਹਲੀ ਨਹੀਂ ਕੀਤੀ, ਬੰਦੂਕਾਂ ਚਲਾਉਂਦੇ ਆ, ਫਿਰ ਆਰਾਮ ਨਾਲ ਭਰ ਲੈਂਦੇ ਰਹੇ, ਫਿਰ ਚਲਾ ਦਿੰਦੇ ਰਹੇ। ਜਵਾਲਾ ਬਵਣੀ ਅੱਗ ਕੱਢਣ ਵਾਲੀ ਬੰਦੂਕ, ਉਸ ਦਾ ਨਾਮ ਹੈ ਜਵਾਲਾ ਬਵਣੀ। ਤਾਂ ਕਹਿਣ ਲੱਗੇ ਇਸ ਤਰ੍ਹਾਂ ਧੀਰਜ ਨਾਲ ਲੜਦਿਆਂ ਹੋਇਆਂ ਸਿੱਖਾਂ ਨੇ ਸਾਡੇ ਕਿੰਨੇ ਯੋਧੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਰ ਧਰੇ ਜੀ। सुनत कटोच हडूरी बोला प्रथम जंग लर सबने तोला। ਔਰ ਹਡੂਰੀਆ ਕਹਿਣ ਲੱਗਿਆ, ਕਹਿੰਦੇ ਆਪਣਾ ਇਹ ਪਹਿਲਾ ਜੰਗ ਸੀਗਾ, ਆਪਾਂ ਤੋਲਦੇ ਸੀ, ਜੱਜਮੈਂਟ ਕਰਦੇ ਸੀ ਖਾਲਸਾ ਕਿੰਨਾ ਕੁ ਤਕੜਾ ਹੈ। ਦੇਖ ਲਿਆ अब जिम बादशाह तिम ही करी है बाद घाट सब घात बिचरी ਹੁਣ है। ਗਾਹਾਂ ਨੂੰ ਜਿਹੜਾ ਅਗਲਾ ਹਮਲਾ ਕਰਨਾ ਹੈ ਨਾ, ਹੁਣ ਦੇਖ ਲਓ ਆਪਣੇ 'ਚ ਕੀ ਘਾਟ ਰਹੀ ਹੈ। ਅਗਾਹਾਂ ਨੂੰ ਉਹ ਘਾਟ ਕੱਢ ਕੇ ਲੜਾਂਗੇ। मंडस पति नरेंद्र बखाना ए गुरियन को सदन महाना। ਔਰ ਮੰਡੀ ਦਾ ਰਾਜਾ, ਮੰਡੀ ਦੇ ਰਾਜੇ ਨੂੰ ਪਾਤਸ਼ਾਹ ਨੇ ਬਖਸ਼ਿਸ਼ ਵੀ ਕੀਤੀ ਸੀਗੀ। ਜਦ ਮੰਡੀ ਦੇ ਰਾਜੇ ਨੂੰ ਪਾਤਸ਼ਾਹ ਇੱਕ ਵਾਰ ਮਿਲੇ ਸੀ ਤਾਂ ਉਹਨੇ ਕਿਹਾ ਸੀ, ਮਹਾਰਾਜ ਭਾਵੇਂ ਸਾਰੇ ਪਹਾੜੀਆਂ ਨੂੰ ਕੁਛ ਵੀ ਕਰੋ ਪਰ ਮੇਰਾ ਰਾਜ ਰਹਿਣ ਦਿਓ। ਤੇ ਕਹਿਣ ਲੱਗੇ ਠੀਕ ਹੈ। ਪਾਤਸ਼ਾਹ ਨੇ ਉੱਥੇ ਇੱਕ ਹਾਂਡੀ, ਇੱਕ ਘੜਾ ਬਗਦੀ ਨਦੀ ਵਿੱਚ ਛੱਡ ਦਿੱਤਾ ਤੇ ਉੱਤੋਂ ਪਾਤਸ਼ਾਹ ਨੇ ਮਾਰੀ ਗੋਲੀ ਉਸ ਬਗਦੀ ਹੋਈ ਹਾਂਡੀ ਦੇ ਭਾਵ ਘੜੇ ਦੇ, ਤੇ ਉਹ ਗੋਲੀ ਵੱਜ ਕੇ ਘੜਾ ਫੁੱਟਿਆ ਨਹੀਂ ਗਾ, ਸਿੱਧਾ ਹੋ ਗਿਆ। ਪਾਤਸ਼ਾਹ ਕਹਿੰਦੇ ਜੈਸੀ ਰਹੀ ਹਮਾਰੀ ਹਾਂਡੀ ਵੈਸੇ ਰਹੇਗੀ ਤੇਰੀ ਮੰਡੀ, ਤੇਰੀ ਮੰਡੀ ਤੇ ਕੋਈ ਹਮਲਾ ਨਹੀਂ ਹੋਵੇਗਾ, ਬਚਿਆ ਰਹੇਗਾ। ਕਿਉਂਕਿ ਸ਼ਰਨ ਵਿੱਚ ਆ ਗਿਆ। ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਇਹ ਬਿਰਧ ਸੁਆਮੀ ਸੰਦਾ। ਇਸ ਤਰ੍ਹਾਂ ਇਹ ਹੁਣ ਸਲਾਹ ਕਰਦੇ ਨੇ। ਮੰਡੀ ਦਾ ਰਾਜਾ ਕਹਿਣ ਲੱਗਿਆ, ਸਕੇਤ ਮੰਡੀ ਉਸ ਨੂੰ ਕਹਿੰਦੇ ਆ, ਕਹਿਣ ਲੱਗਿਆ ਇਹ ਗੁਰੂਆਂ ਦਾ ਘਰ ਹੈ, ਇਹਦੇ ਨਾਲ ਬਰਾਬਰ ਆਉਣਾ ਬਹੁਤ ਔਖਾ ਹੈ। मैं समानता किसते होए इन सो मिलन नीक है रसोई। ਇਹਨਾਂ ਨੂੰ ਤਾਂ ਆਪਾਂ ਸ਼ਰਨ ਵਿੱਚ ਪੈ ਜਾਈਏ ਤੇ ਚੰਗੀ ਗੱਲ ਹੈ, ਇਹਨਾਂ ਦੀ ਬਰਾਬਰੀ ਆਪਾਂ ਲੜ ਕੇ ਨਹੀਂ ਕਰ ਸਕਦੇ। करामात सहब बलवंते तुरत बनावे जथा चाहते। ਇਹ ਤਾਂ ਕਰਾਮਾਤੀ ਸ਼ਕਤੀਆਂ ਵਰਤਦੇ ਆ, ਤੁਹਾਡੇ ਕੋਲੇ ਸਰੀਰਕ ਤਾਕਤ ਹੈ, ਉਹ ਤਾਂ ਕਰਾਮਾਤੀ ਸ਼ਕਤੀ ਦੇ ਮਾਲਕ ਹੈ ਗੁਰੂ ਗੋਬਿੰਦ ਸਿੰਘ। ਉਹ ਤਾਂ ਜੋ ਚਾਹਣ ਤੁਰਤ ਹੀ ਆਪਣੀ ਮਰਜ਼ੀ ਨਾਲ ਕਰ ਸਕਦੇ ਐ। विदित महद श्री नानक गादी न पूरा उतरे को बादी। ਔਰ ਇਹ ਜਿਹੜੀ ਗੁਰੂ ਨਾਨਕ ਦੀ ਗੱਦੀ ਹੈ, ਇਹਦੇ ਨਾਲ ਕੋਈ ਵੀ ਲੜ ਕੇ ਅੱਜ ਤੱਕ ਪੂਰਾ ਨਹੀਂ ਉਤਰ ਸਕਿਆ। ਹਿਸਾਬ ਲਾ ਲਓ ਹੁਣ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਵੱਲ ਟੇਢੀ ਅੱਖ ਨਾਲ ਝਾਕਣਾ ਕੀਤਾ ਉਹ ਬਹੁਤਾ ਸਮਾਂ ਨਹੀਂ ਬਚਿਆ। ਕੋ ਸਤਿਨਾਮ। ਇਸ ਕਰਕੇ ਇਹ ਮੰਡੀ ਸਕੇਤ ਦਾ ਰਾਜਾ ਕਹਿੰਦਾ ਹੈ, ਇਹਨਾਂ ਦੇ ਚਰਨ ਛੰਨ ਵਿੱਚ ਚਲੇ ਜਾਈਏ ਤੇ ਭਾਗ ਵਸ ਜਾਈਏ, ਲੜ ਕੇ ਇਹਨਾਂ ਦੇ ਨਾਲ ਕੋਈ ਪੂਰਾ ਨਹੀਂ
उतर सकदा। सुन हडूरी गिरा उचारी राजकाज की बात न्यारी। और हंडूरिया कहन लगिया राजकाज की गल वखरी हुंदी आ। इसमें पिता पूत बिगड़ते जो अत पैसो शत्रु बनते। ਇਹ ਸੁਣ ਕੇ ਹੰਡੂਰੀਆ ਕਹਿਣ ਲੱਗਿਆ ਜਿਹੜਾ ਰਾਜਕਾਜ ਹੈ ਨਾ ਇਹਦੇ ਵਿੱਚ ਤਾਂ ਕਈ ਵਾਰੀ ਪਿਓ ਪੁੱਤਰ ਵੀ ਲੜ ਪੈਂਦੇ ਆ। ਜਿਸ ਤਰ੍ਹਾਂ ਗੁਰੂ ਪਿਆਰਿਓ ਜਿਹੜਾ ਬਹਾਦਰ ਸ਼ਾਹ ਹੋਇਆ ਹੈ ਇਸ ਨੇ ਭਰਾ ਨੇ ਭਰਾਵਾਂ ਨੂੰ ਹੀ ਮਾਰ ਕੇ ਰਾਜ ਪ੍ਰਾਪਤ ਕੀਤਾ। ਭਰਾਵਾਂ ਨਾਲ ਲੜਾਈ ਹੋਈ ਇਹਨਾਂ ਤਿੰਨਾਂ ਦੀ। ਉਸ ਤੋਂ ਪਹਿਲਾਂ ਔਰੰਗਜ਼ੇਬ ਨੇ ਵੀ ਆਪਣੇ ਭਰਾ ਨੂੰ ਮਾਰ ਕੇ ਗੱਦੀ ਪ੍ਰਾਪਤ ਕੀਤੀ ਆ। ਤਾਂ ਹੰਡੂਰੀਆ ਕਹਿੰਦਾ ਠੀਕ ਹੈ ਯਾਰ ਉਹ ਗੁਰੂ ਨਾਨਕ ਦੀ ਗੱਦੀ ਹੈ ਪਰ ਆਪਾਂ ਤਾਂ ਰਾਜ ਕਰਨ ਵਾਲੇ ਹਾਂ। ਰਾਜਕਾਜ ਵਿੱਚ ਤਾਂ ਕਈ ਵਾਰੀ ਪਿਓ ਪੁੱਤਰ ਵੀ ਇੱਕ ਦੂਜੇ ਦੇ ਐਂਟੀ ਹੋ ਜਾਂਦੇ ਆ ਰਾਜਨੀਤੀ ਵਿੱਚ। ਜੋ ਤਜ ਰਾਜ ਸਾਧ ਬਨ ਜੈ ਹੈ ਤੋ ਅਸ ਬਾਤ ਵਿਚਾਰਨ ਕਹਿਓ। ਕਹਿਣ ਲੱਗੇ ਜੇ ਕੋਈ ਰਾਜ ਭਾਗ ਛੱਡ ਕੇ ਸਾਧ ਬਣਨਾ ਹੋਵੇ ਫੇਰ ਤਾਂ ਆਪਾਂ ਕਰਾਮਾਤੀ ਗੱਲਾਂ ਦੀ ਗੱਲ ਕਰੀਏ। ਗੁਰੂ ਸ਼ਤਰੂ ਬਨ ਗਿਓ ਹਮਾਰਾ ਕਹੋ ਡਰਨ ਤੇ ਕਿਮ ਹੋਏ ਟਾਰਾ। ਯਾਰ ਗੁਰੂ ਸਾਡਾ ਦੁਸ਼ਮਣ ਬਣ ਕੇ ਬੈਠਾ ਹੈ ਹੁਣ ਅਸੀਂ ਉਹਨਾਂ ਦੀ ਛਲ ਵਿੱਚ ਕਿਵੇਂ ਪੈ ਜਾਈਏ। ਭਾਵ ਹੰਕਾਰ ਕਿੱਥੇ ਝੁਕਣ ਦਿੰਦਾ। ਹਉਮੈ ਦੀਰਘ ਰੋਗ ਹੈ दारू ਪੀਸ ਮਾਹੇ। ਗੁਰੂ ਸਾਡਾ ਦੁਸ਼ਮਣ ਬਣਿਆ ਬੈਠਾ ਹੈ ਤੇ ਅਸੀਂ ਲੜਨ ਤੋਂ ਕਿਵੇਂ ਟਲ ਸਕਦੇ ਹਾਂ। ਸੁਨ ਜਸ ਵਾਰ ਕੇਸਰੀ ਚੰਦ ਬੋਲਿਓ ਸਾਮੇ ਗਰਭ ਬਿਲੰਦ। ਇਹਨਾਂ ਵਿੱਚ ਹੈ ਜਸਵਾਲੀ ਆ ਕੇਸਰੀ ਚੰਦ ਰਾਜਾ। ਜਸਵਾਲ ਇੱਕ ਧਾਰ ਦਾ ਨਾਮ ਹੈ ਭਾਵ ਰਾਜ ਦਾ ਨਾਮ ਹੈ। ਉਥੋਂ ਦਾ ਰਾਜਾ ਕੇਸਰੀ ਚੰਦ ਇਹ ਬੜਾ ਹੰਕਾਰੀ ਸੀ। ਕੀ ਕਹਿੰਦਾ ਕਹਾ ਸਿੰਘ ਹੈ ਹਮ ਅਗਾਰੀ ਠਹਿਰ ਨਾ ਸਕੇ ਪਰੀ ਜਬ ਮਾਰੀ। ਦੇਖੋ ਹੁਣ ਮੂੰਹ ਨਹੀਂ ਖਾ ਕੇ ਮੁੜੇ ਨਾ। ਹੁਣ ਫਿਰ ਕਹਿੰਦਾ ਇਹ ਸਿੰਘ ਸਾਡੇ ਮੂਰੇ ਖਾਣ ਨਹੀਂ ਸਕਣਗੇ ਜਦੋਂ ਅਸੀਂ ਚੰਗੀ ਤਰ੍ਹਾਂ ਲੜੇ। ਕਹਾ ਪੈ ਪੂਰ ਬਰ ਰਹਿ ਦਾਵ ਨਰਨ ਕੋ ਸੈਨ ਨਾ ਲਹੈ। ਕੀ ਹੋਇਆ ਜੇ ਪਹਿਲਾਂ ਆਲੇ ਹੋਏ ਹਨ ਸਾਡੀ ਸੈਨਾ ਨੂੰ ਲੜਾਈ ਕਰਨ ਦਾ ਢੰਗ ਨਹੀਂ ਆਇਆ ਦਾ ਨਹੀਂ ਬਣਿਆ ਸਾਡਾ। ਹੋਏ ਪ੍ਰਾਤ ਕੇ ਮੁੰਡੋ ਜੰਗ ਪਰੋ ਈਨ ਕਰ ਸਭ ਇੱਕ ਸੰਗ। ਕੋਈ ਗੱਲ ਨਹੀਂ ਹਜੇ ਕਿਹੜਾ ਮੈਦਾਨ ਖਾਲੀ ਹੋ ਗਿਆ ਉਹ ਵੀ ਬੈਠੇ ਹੋਣਗੇ। ਆਪਾਂ ਤੜਕੇ ਦਿਨ ਚੜ੍ਹਦੇ ਨਾਲ ਫਿਰ ਹਮਲਾ ਕਰ ਦਿਓ। ਕਾਬਲੋ ਨਰੇ ਖਾਲਸਾ ਜੋਈ ਦਰਬ ਦੇਸ਼ ਕੋ ਰਾਜ ਨ ਕੋਈ। ਇਹ ਕਿੰਨਾ ਚਿਰ ਲੜਨਗੇ। ਇਹਨਾਂ ਕੋਲੇ ਨਾ ਪੈਸਾ ਹੈ ਨਾ ਕੋਈ ਰਾਜ ਭਾਗ ਹੈ ਨਾ ਕੋਈ ਇਹਨਾਂ ਨੂੰ ਹਾਲਾ ਮਾਮਲਾ ਆਉਂਦਾ ਹੈ। ਯਾਰ ਇਹ ਕਿੰਨਾ ਚਿਰ ਲੜਨਗੇ ਆਪਣੇ ਨਾਲ। ਤੁਮ ਸਮਰੱਥ ਧਨ ਰਾਜ ਮਜਾਰੇ ਕਿਮ ਆਨੰਦਪੁਰ ਬਸੇ ਸੁਖਾਰੇ। ਔਰ ਅਸੀਂ ਸਰਬ ਕਲਾ ਸਮਰੱਥ ਹਾਂ। ਸਾਡੇ ਕੋਲ ਮਾਇਆ ਵੀ ਹੈ ਸਾਡੇ ਕੋਲ ਪੈਸਾ ਵੀ ਹੈ। ਅਸੀਂ ਇਹਨਾਂ ਨੂੰ ਆਨੰਦਪੁਰ ਵਿੱਚ ਸੁਖੀ ਨਹੀਂ ਵਸਣ ਦੇਣਾ। ਭੀਮ ਚੰਦ ਸੁਨ ਸ਼ਬਦੇ ਕਹੈ ਜੋ ਜੋ ਸਾਵਰ ਇਸ ਵਿਦ ਆਹੈ। ਭੀਮ ਚੰਦ ਰਾਜਾ ਕਹਿਣ ਲੱਗਿਆ ਉਹ ਜਸਵਾਲੀ ਹੈ। ਗੱਲ ਇਹ ਹੈ वीर आज को जंग ही रासा लश्कर पियो केतक विनाशा। तो देखी है लेहो विचारी पैंड खान आयो बल भारी। कहन लगे जिवें देखना पैंडे खान किन्ना तकड़ा सीगा योधा सीगा। पैंडे खान उमराव जरनैल जिहड़ा आया से जिम मारियो दल गियो पलाई 10,000 पट है समुदाई। और जदों ही पैंडे खान मारिया गया गुरु साहब ने उन्होंने मार दिता सी ਤੇ ਜਿੰਨੀ ਉਹਦੇ ਨਾਲ 10,000 ਫੌਜ ਸੀ ਜੋ ਤੁਰਕਾਂ ਨੇ ਭੇਜੀ ਸੀ ਦਿੱਲੀ ਤੋਂ ਔਰੰਗਜ਼ੇਬ ਦੇ ਬੰਦਿਆਂ ਨੇ ਤਾਂ ਉਹਨਾਂ ਨੂੰ ਇਹਨਾਂ ਸਿੱਖਾਂ ਨੇ ਭਜਾ ਦਿੱਤਾ। ਭਾਵ ਜਦੋਂ ਜਰਨੈਲ ਮਾਰਿਆ ਗਿਆ 10,000 ਫੌਜ ਵੀ ਡਰਦੀ ਕੁਝ ਮਰ ਗਈ ਕੁਝ ਭੱਜ ਗਈ ਨੀ। ਫਿਰ ਅੱਜ ਕੋ ਜੰਗ ਹੀ ਰਾਸਾ ਲਸ਼ਕਰ ਪਿਓ ਕਤੇਕ ਵਿਨਾਸ਼ਾ। ਔਰ ਚਲੋ ਉਦੋਂ ਤਾਂ ਕੱਲਾ ਪੈਂਡੇ ਖਾਂ ਮਾਰਿਆ ਗਿਆ ਥੋੜੀ ਫੌਜ ਦਾ ਨੁਕਸਾਨ ਹੋਇਆ ਸੀ ਪਰ ਅੱਜ ਦਾ ਜਿਹੜਾ ਜੰਗ ਹੋਇਆ ਨਾ ਮੈਂ ਇਹਦੇ ਵਿੱਚ ਬਹੁਤ ਦੁਖੀ ਹੋਇਆ ਕਿਉਂਕਿ ਸਾਡਾ ਲਸ਼ਕਰ ਦਾ ਵਿਨਾਸ਼ ਬਹੁਤ ਹੋ ਗਿਆ ਹੈ। ਕਹਿ ਦੂਰੀ ਕੋਈ ਕਬਜੀਰ ਬੋਲਿਓ ਹੱਥ ਬੰਦ ਜੁਤ ਧੀਰ। ਔਰ ਪਹਾੜੀਏ ਭੀਮ ਚੰਦ ਰਾਜੇ ਦਾ ਇੱਕ ਵਜ਼ੀਰ ਹੱਥ ਬੰਨ ਕੇ ਬੇਨਤੀ ਕਰਦਾ ਸਾਰਿਆਂ ਨੂੰ ਅਬ ਕਿਰਪਤ ਤੁਮ ਸਭ ਚੜਿਆਏ ਡਰੇ ਨਹੀਂ ਹੋ ਕਿਮ ਬਣਿਆਏ। ਔਰ ਉਹ ਵਜ਼ੀਰ ਕਹਿਣ ਲੱਗਿਆ ਤੁਸੀਂ ਸਾਰੇ ਰਾਜੇ ਚੜ੍ਹਾਈ ਕਰਕੇ ਆਏ ਜੇ ਲੜਨ ਗਈ ਤਾਂ ਫਿਰ ਕਿਵੇਂ ਬਣਨਗੇ। ਇसी प्रकार धर्म छत्रन पूर्व सुने जथा सब कीन। ਇਹ ਖੱਤਰੀਆਂ ਦਾ ਭਾਵ ਛਤਰੀਆਂ ਦਾ ਧਰਮ ਹੈ ਜਿਵੇਂ ਪਹਿਲਾਂ ਸੁਣਿਆ ਸੀ ਉਸ ਤਰ੍ਹਾਂ ਹੀ ਤੁਸੀਂ ਲੜਾਈ ਕੀਤੀ ਆ। इसे अवनीत लड़ मर गए जीत पाए सुख भोगत पाए। ਇਸ ਧਰਤੀ ਦੇ ਪਿੱਛੇ ਬਹੁਤ ਸਾਰੇ ਲੋਕ ਆਏ ਰਾਜ ਭਾਗ ਆਏ ਰਾਜੇ ਆਏ ਲੜਾਈਆਂ ਕੀਤੀਆਂ
ਔਰ ਕਈਆਂ ਨੇ ਜੰਗ ਜਿੱਤ ਕੇ ਸੁਖ ਭੋਗੇ ਤੇ ਕਈ ਮਰ ਕੇ ਮਿੱਟੀ ਵਿੱਚ ਮਿਲ ਗਏ ਜੀ। ਕੈ ਪਰਮੋਦ ਸੁਰਪੁਰ ਕੋ ਪਾਇਓ ਜਗਤ ਬਿਖੀ ਜੂ ਦਾਜਸ ਛਾਇਓ। ਔਰ ਛਤਰੀ ਹੈ ਜਿਹੜਾ ਉਹ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਵੇ, ਮਰ ਜਾਵੇ ਤਾਂ ਦੇਵਲੋਕ ਤੇ ਜਾ ਕੇ ਸੁਖ ਭੋਗਦਾ ਹੈ, ਜੇ ਰਹਿ ਜਾਵੇ ਤਾਂ ਸੰਸਾਰ ਦੇ ਸੁਖ ਭੋਗਦਾ ਹੈ। ਗਰਨ ਮਣ ਹਰ ਸਾਕੇ ਕਰਨੇ ਈ ਕਾਮ ਰਾਜਨ ਕੀ ਬਰਨੇ। ਸਾਕਾ ਹੁੰਦਾ ਜੰਗ ਕਰਨੇ, ਕਹਿਣ ਲੱਗੇ ਲੜਨਾ ਮਰਨਾ ਜੰਗ ਕਰਨੇ, ਇਹੀ ਤਾਂ ਰਾਜਿਆਂ ਦਾ ਕੰਮ ਹੈ। ਵਜ਼ੀਰ ਕਹਿਣ ਲੱਗਿਆ ਸਭ ਤੇ ਸੁਣ ਕੇ ਨ੍ਰਿਪ ਕਹਿ ਲੋਰੀ ਬੋਲਿਓ ਸੁਣਿਓ ਨੀਤ ਜਮਰੂਰੀ। ਔਰ ਸਾਰੀਆਂ ਪਾਸੋਂ ਇਹਨਾਂ ਦੀਆਂ ਗੱਲਾਂ ਸੁਣ ਕੇ ਹੁਣ ਰਾਜਾ ਭੀਮ ਚੰਦ ਕੀ ਕਹਿੰਦਾ ਹੈ? ਕੋਤ ਬਰਾਤ ਕੀ ਰਾਜੋ ਡਾਲਾ 14 ਸੂਤਰੇ ਸਦਲੇ ਨਿਰਪਾਲਾ। ਕਹਿਣ ਲੱਗਿਆ ਫਿਰ ਠੀਕ ਹੈ, ਆਪਾਂ ਜਿੰਨੇ ਕ ਬਚੇ ਐ ਤੜਕੇ ਇਹਨਾਂ ਸਿੱਖਾਂ ਨੂੰ ਫਿਰ ਘੇਰਾ ਪਾ ਲਓ। ਆਨੇ ਆਦਨੇ ਦਿਓ ਪਰਵੀਸ਼ਨ ਸਾਵਧਾਨ ਬਨ ਸਰਬ ਗੁਰੀਸ਼ਨ। ਔਰ ਇਹਨਾਂ ਨੇ ਅੰਦਰ ਰਾਸ਼ਨ ਪਾਣੀ ਜਾਣਾ ਬੰਦ ਕਰ ਦਿਓ, ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਓ ਜਿਹਦੇ ਵਿੱਚ ਬੈਠੇ ਨੇ। ਔਰ ਇਸ ਤਰ੍ਹਾਂ 4 ਛਪੇਰੇ ਮੋਰਚੇ ਲਾ ਲਓ। ਅਨੰਦਪੁਰੇ ਮੇ ਪ੍ਰਵੇਸ਼ੀ ਜਬੈ ਨਿਕਟ ਲਗਾਏ ਮੋਰਚੇ ਸਬੈ। ਜਿਵੇਂ ਜਿਵੇਂ ਆਪਣੇ ਕਿਲੇ ਵਿੱਚ ਇਕੱਠੇ ਹੋ ਜਾਣਗੇ ਇਹ, ਆਪਾਂ ਉਹ ਘੇਰਾ ਭੀੜਾ ਕਰਦੇ ਜਾਵਾਂਗੇ। ਕਰੋ ਤੰਗ ਨਿਤ ਕਰ ਕਰ ਜੰਗ ਵਿਚਰਤ ਹਤੋ ਤੁਫੰਗਨ ਸੰਗ। ਔਰ ਇਸ ਤਰ੍ਹਾਂ ਇਹਨਾਂ ਨੂੰ ਤੰਗ ਕਰੀਏ ਜੰਗ ਕਰ ਕਰਕੇ, ਔਰ ਇੱਥੇ ਫਿਰਦੇ ਰਹੋ ਇਹਨਾਂ ਦੇ ਅਨੰਦਪੁਰ ਦੇ ਕਿਲੇ ਦੇ ਆਸੇ ਪਾਸੇ। ਜਿਤ ਕਿਤ ਤੇ ਕੇ ਰੋਬ ਰਿਆਈ ਪਰਮੇਸ਼ਰ ਨਿਕਸਨ ਕੋ ਨਹਿ ਪਾਈ। ਔਰ ਇਹਨਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਰੱਖੋ, ਨਾ ਕੋਈ ਬਾਹਰ ਨਿਕਲ ਸਕੇ ਨਾ ਕੋਈ ਅੰਦਰ ਜਾ ਸਕੇ। ਇਹ ਮਸਲਾ ਆਵਤ ਮੁਝ ਮਨ ਮੈਂ ਹਤੇ ਨ ਜਾਏ ਸਿੰਘ ਕੀ ਮਰਨ ਮੈਂ। ਔਰ ਇਹ ਮੇਰੀ ਸਲਾਹ ਮੰਨੋ ਤਾਂ ਫਿਰ ਆਪਾਂ ਜ਼ਰੂਰ ਇਹਨਾਂ ਸਿੱਖਾਂ ਨੂੰ ਖਤਮ ਕਰ ਸਕਦੇ ਹਾਂ। ਸਭੇ ਨੇ ਸੁਣ ਕੇ ਮਸਲਤ ਐਸੀ ਮਾਨੀ ਗੁਰੇਸ਼ਨ ਤਬ ਜੈਸੀ। ਔਰ ਭੀਮ ਚੰਦ ਕਹਿਲੂਰੀਏ ਦੀ ਇਹ ਸਲਾਹ ਸੁਣ ਕੇ ਸਾਰਿਆਂ ਨੇ ਕਿਹਾ ਵੀ ਹਾਂ ਇਹ ਗੱਲ ਠੀਕ ਹੈ, ਬਾਹਰੋਂ ਰਾਸ਼ਨ ਨਾ ਜਾਣ ਦਈਏ, ਅੰਦਰੋਂ ਇਹਨਾਂ ਨੂੰ ਬਾਹਰ ਨਾ ਜਾਣ ਦਈਏ। ਨਿਜ ਨਿਜ ਸਿਵਰ ਗਏ ਸਹਿ ਚਿੰਤਾ ਗੁਰੂ ਨਹਾਰੀ ਦਰਤ ਕੁਦੰਤਾ। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਿੱਥੇ ਹਾਰਨ ਵਾਲੇ ਐ। ਇਸ ਤਰ੍ਹਾਂ ਸਲਾਹ ਮਸ਼ਵਰਾ ਕਰਕੇ ਵੀ ਤੜਕੇ ਆਪਾਂ ਆਨੰਦਪੁਰ ਦੇ ਕਿਲੇ ਸਾਹਿਬ ਨੂੰ ਘੇਰਾ ਪਾ ਲਈਏ। ਪਰ ਗੁਰੂ ਜਿਹੜਾ ਹੈ ਡਰਨ ਵਾਲਾ ਨਹੀਂ, ਇਹ ਆਪਣੇ ਤੰਬੂਆਂ ਵਿੱਚ ਚਲੇ ਗਏ ਜੀ। ਰਾਸਮਾਨ ਆਦੇ ਸਬਦਾਨਾ ਖਰੇ ਰਹੀ ਗਏ ਅਯੁੱਧ ਪਾਨਾ। ਔਰ ਕਈ ਡਰਦੇ ਜਾਗਦੇ ਰਹੇ ਸ਼ਾਸਤਰ ਫੜ ਕੇ, ਕਈ ਸੌ ਗਏ। ਅਰਤਨ ਪਰ ਕੀ ਨਸ ਬਿਸਰਾਮੋ ਖਾਨ ਪਾਨ ਕਰ ਧਾਰ ਆਰਾਮੋ। ਔਰ ਅੱਧੇ ਆਰਾਮ ਕਰਨ ਲੱਗੇ, ਅੱਧੇ ਪਹਿਰਾ ਦੇਣ ਲੱਗੇ ਜੀ। ਸਬਨ ਜਾਮਨੀ ਡਰਤ ਬਿਤਾਈ ਛੋਰਤ ਰਹੇ ਤੁਪ ਕਨਿਜ ਥਾਈ। ਇਹ ਵੀ ਡਰਦੇ ਹੋਏ ਆਪਣੇ ਮੋਰਚਿਆਂ ਚੋਂ ਕਦੇ ਕਦੇ ਬੰਦੂਕਾਂ ਚਲਾਉਂਦੇ ਐ, ਭਾਵ ਦੁਸ਼ਮਣ ਨੂੰ ਸਿੱਖਾਂ ਨੂੰ ਦੱਸਦੇ ਐ ਕਿ ਅਸੀਂ ਜਾਗਦੇ ਆਂ, ਅਸੀਂ ਬੈਠੇ ਆਂ। ਬੀਤੀ ਰਾਤ ਪ੍ਰਾਤ ਪੁਨ ਭਈ ਪੂਰਬ ਦਿਸ਼ ਪਿਯਰੀ ਪਰ ਗਈ। ਔਰ ਰਾਤ ਖਤਮ ਹੋਈ, ਦਿਨ ਚੜ੍ਹਨ ਲੱਗਿਆ, ਸੁਨਹਿਰੀ ਰੰਗ ਦੇ ਸੂਰਜ ਨਾਲ ਚੜ੍ਹਦਾ ਪਾਸਾ ਪੀਲਾ ਹੋ ਗਿਆ ਹੈ ਜੀ। ਸੋਚ ਸਨਾਨ ਦੌਨ ਦਿਸ਼ ਕੀਨੇ ਵਸਤਰ ਸ਼ਸਤਰ ਤਨ ਧਾਰ ਸਭਨੇ। ਔਰ ਇਸ ਤਰ੍ਹਾਂ ਦਿਨ ਚੜ੍ਹਿਆ, ਸਭ ਨੇ ਇਸ਼ਨਾਨ ਆਦਿ ਕੀਤਾ, ਇਧਰੋਂ ਸਿੰਘਾਂ ਨੇ ਉਧਰੋਂ ਉਹਨਾਂ ਨੇ ਵਸਤਰ ਸ਼ਸਤਰ ਧਾਰਨ ਕੀਤੇ ਹਨ। ਨਿਜ ਨਿਜ ਥਾਨ ਬਨੇ ਸਬਦਾਨਾ ਦੁੱਧ ਬਾਜੇ ਅਲਪ ਮਹਾਨਾ। ਔਰ ਸਾਰੇ ਆਪੋ ਆਪਣੇ ਮੋਰਚਿਆਂ ਤੇ ਸਾਵਧਾਨ ਹੋ ਗਏ। ਦਿਨ ਚੜ੍ਹਦੇ ਨਾਲ ਫੇਰ ਨਗਾਰੇ ਵੱਜਣ ਲੱਗੇ ਜੰਗ ਦੇ ਮੈਦਾਨ ਲਈ। ਸੰਖ ਕਨੇ ਸਹਿਨਾਈ ਨਫੀਰਨਾ ਵੱਡੇ ਢੋਲ ਉਤਸਾਹਤ ਵੀਰਨਾ। ਵੱਡੇ ਵੱਡੇ ਢੋਲ ਨਫੀਰੀਆਂ ਬਾਜੇ ਜੰਗ ਦੇ ਮੈਦਾਨ ਵਿੱਚ ਸੰਖ ਆਦਿ ਵਜਾਉਣ ਲੱਗੇ ਯੋਧੇ। ਚੜੀ ਚੁਮਕ ਸਭ ਰਾਜਨ ਕੇਰੀ ਹੈ ਬਨਾ ਸਕੇ ਅਨੰਦਪੁਰ ਹੇਰੀ। ਔਰ ਇਸ ਤਰ੍ਹਾਂ ਸਾਰੇ ਰਾਜਿਆਂ ਦੀ ਸੈਨਾ ਚੜ੍ਹ ਕੇ ਆਈ। ਅਨੰਦਪੁਰ ਸਾਹਿਬ ਉਹਨਾਂ ਨੂੰ ਵਿਖਾਈ ਨਹੀਂ ਸੀ ਦਿੰਦਾ, ਭਾਵ ਦੂਰ ਦੂਰ ਤੱਕ ਫੈਲੀ ਹੋਈ ਆ। ਦੂਰ ਦੂਰ ਲਗ ਪਸਰੀ ਕਾਨੀ ਘੇਰਨ ਕੋ ਡੇਰੇ ਕਰ ਅਣੀ। ਔਰ ਇਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਸਤੇ ਸ਼ਹਿਰ ਦੇ ਅਨੰਦਪੁਰ ਸਾਹਿਬ ਦੇ ਖਾਸ ਕਰਕੇ ਕਿਲੇ ਦੇ 4 ਛਪੇਰੇ ਫੈਲਣ ਲੱਗੇ ਜੀ। ਅਬ ਸਤਿਗੁਰ ਜੰਜੈਲ ਚਲਾਈ ਬਾਗਨ ਤੋਪ ਤੁੰਗ ਥਿਰ ਥਾਈ। ਸਤਿਗੁਰਾਂ ਦੇ ਕੋਲ ਇੱਕ ਤੋਪ ਸੀਗੀ, ਉਸ ਦਾ ਨਾਮ ਸੀ ਬਾਗਣ। ਜਦੋਂ ਪਾਤਸ਼ਾਹ ਨੂੰ ਪਤਾ ਲੱਗਿਆ ਨਾ ਵੀ ਇਹ ਸਾਨੂੰ ਘੇਰਾ ਪਾਉਣ ਨੂੰ ਫਿਰਦੇ ਆ,
ਤੇ ਉੱਚੇ ਥਾਂ ਤੇ ਰੱਖ ਕੇ ਉਹ ਤੋਪ ਇਹਨਾਂ ਵੱਲ ਚਲਾ ਦਿੱਤੇ ਜੀ। ਗਨ ਨਮ ਚੜਾ ਸਿਪਾਹਨ ਧਰ ਧਰ ਤਕ ਤਕ ਸਿਵਰ ਹਤੀ ਤਬ ਭਰ ਭਰ। ਔਰ ਜਿੱਧਰਲੇ ਪਾਸੇ ਗੁਰੂ ਕੀਆਂ ਫੌਜਾਂ ਨੇ ਲੰਮੀ ਨਾਲੀ ਵਾਲੀਆਂ ਹੋਰ ਬੰਦੂਕਾਂ ਵਾਲੇ ਯੋਧਿਆਂ ਨੂੰ ਦੇਖਿਆ, ਪਹਾੜੀਆਂ ਨੂੰ ਵੇਖਿਆ, ਜਿੱਧਰ ਉਹਨਾਂ ਨੂੰ ਬਹੁਤਾ ਕੱਢ ਉੱਚੇ ਥਾਂ ਤੋਂ ਪਹਾੜੀਏ ਦਿਖਾਈ ਦੇ ਰਹੇ ਹੈ, ਲੇਕਿਨ ਪਹਾੜੀਆਂ ਨੂੰ ਆਨੰਦਪੁਰ ਨਹੀਂ ਦਿਖਾਈ ਦੇ ਰਿਹਾ, ਕਿਉਂਕਿ ਉਹ ਜੰਗਲ ਬਹੁਤ ਸੀ ਆਸੇ ਪਾਸੇ, ਸਾਰੇ ਪਾਸੇ ਜੰਗਲ ਸੀਗਾ। ਹੁਣ ਤਾਂ ਬਹੁਤ ਸਾਰੀ ਵਸੋਂ ਹੋ ਗਈ ਆ, ਇਸ ਕਰਕੇ ਜੰਗਲ ਕਰਕੇ ਉਹਨਾਂ ਨੂੰ ਆਨੰਦਪੁਰ ਦਿਖਾਈ ਨਹੀਂ ਦੇ ਰਿਹਾ ਕਿਲਾ। ਪਰ ਖਾਲਸਾ ਜਿਹੜਾ ਹੈ ਉੱਚੇ ਥਾਂ ਤੇ ਬੈਠਾ, ਇਹਨਾਂ ਨੂੰ ਦੇਖ ਕੇ ਬੰਦੂਕਾਂ ਆਪਣਾ ਤੋਪਾਂ ਤੇ ਬੰਦੂਕਾਂ ਚਲਾਉਣ ਲੱਗਿਆ। ਦੂਰ ਦੂਰ ਲਗ ਮਾਰ ਹਟਾਏ ਨੀਲੇ ਓਟ ਥਿਰੇ ਸਮਦਾਏ। ਤੇ ਜਦੋਂ ਤੋਪ ਦਾ ਖੜਕਾ ਸੁਣਿਆ ਤੇ ਗੋਲੇ ਚੱਲੇ ਤੇ ਇਹ ਪਹਾੜੀਏ ਪਿੱਛੇ ਹਟਣ ਲੱਗੇ ਜੀ। ਉਹ ਖਾਲਸਾ ਤਿਆਰ ਲੜਾਈ ਸਹਿ ਨਾ ਸਕੇ ਰਿਪ ਕੀ ਬੁਰਿਆਈ। ਇਸ ਤਰ੍ਹਾਂ ਖਾਲਸਾ ਯੋਧੇ ਦਾ ਧੱਕਾ ਕਿਵੇਂ ਝੱਲ ਸਕਦਾ ਹੈ? ਖਾਲਸਾ ਵੀ ਲੜਨ ਲਈ ਤਿਆਰ ਹੈ। ਠੋਰ ਠੋਰ ਚਾਰੋ ਦਿਸ ਹੋਏ ਤੇਰੇ ਮੋਰਚਨ ਮੈਂ ਸਭ ਕੋਏ। ਔਰ ਇਸ ਤਰ੍ਹਾਂ ਗੁਰੂ ਕੀਆਂ ਫੌਜਾਂ ਨੇ ਵੀ ਅਨੰਦਪੁਰ ਸਾਹਿਬ ਦੇ 4 ਛਪੇਰੇ ਉੱਚੇ ਥਾਂ ਤੇ ਕਿਲੇ ਚੋਂ ਮੋਰਚੇ ਲਾ ਲਏ ਹਨ। ਲੱਗੇ ਤਫੰਗੇ ਪੜ ਪੜ ਛੂਟਨ ਸਿਰ ਛਾਤੀ ਗਨ ਸੋ ਪਟਨ ਫੂਟਨ। ਇਉਂ ਤਫੰਗਾ ਤੇ ਤੋਪ ਜਿਸ ਦਾ ਨਾਮ ਬਾਗਲ ਹੈ, ਕਦੇ ਕਦੇ ਤੋਪ ਚੱਲਦੀ ਆ ਤੇ ਬੰਦੂਕਾਂ ਚੱਲਦੀਆਂ, ਪਹਾੜੀਆਂ ਦੇ ਸਿਰ ਤੇ ਛਾਤੀਆਂ ਫੁੱਟਣ ਲੱਗੀਆਂ। ਦੇ ਦੇ ਆੜ ਤੇਰੀ ਤੱਕ ਮਾਰ ਹੈ ਸੋ ਪਟ ਤੁਰੰਗ ਭੂਮ ਪਰ ਡਰ ਹੈ। ਔਰ ਆੜ ਭਾਵ ਮੋਰਚੇ ਵਿੱਚ ਆਪਣੇ ਆਪ ਨੂੰ ਲੁਕੋ ਕੇ ਤੇ ਨਿਸ਼ਾਨਾ ਬਿੰਨ ਕੇ ਪਹਾੜੀਆਂ ਦਾ ਕਦੇ ਘੋੜਾ ਮਾਰ ਦਿੰਦੇ ਆ ਤੇ ਕਦੇ ਘੋੜੇ ਤੋਂ ਜੋਧਾ ਸਿੱਟ ਦਿੰਦੇ ਆ। ਦਾਰੇ ਪੁਨ ਬਾਰੂਦ ਤਾਲੇ ਗੁਰ ਕਾ ਠੋਕ ਠੋਕ ਗਜ ਨਾਲੇ। ਔਰ ਕਿਉਂਕਿ ਉਹਨਾਂ ਦਾ ਕੋਈ ਫੌ ਨਹੀਂ ਪੈ ਰਿਹਾ, ਉਹ ਨੀਵੇਂ ਥਾਂ ਤੇ ਹੈ, ਦਰਖਤਾਂ ਦਾ ਓਲਾ ਹੈ। ਗੁਰੂ ਕੀਆਂ ਫੌਜਾਂ ਅਨੰਦਪੁਰ ਦੇ ਕਿਲੇ ਵਿੱਚ ਉੱਚੀ ਥਾਂ ਤੇ ਹਨ, ਇਸ ਕਰਕੇ ਉਹ ਜਿਹੜੇ ਹਨ ਹੋ ਨਹੀਂ ਪੈ ਰਿਹਾ, ਕੁਝ ਕਰ ਨਹੀਂ ਸਕਦੇ। ਪਰ ਗੁਰੂ ਕੀਆਂ ਫੌਜਾਂ ਬਾਰ-ਬਾਰ ਬੰਦੂਕਾਂ ਭਰ ਭਰ ਕੇ ਠੋਕ ਠੋਕ ਕੇ ਗਜਾਂ ਦੇ ਨਾਲ ਚਲਾਉਣ ਲੱਗੀਆਂ ਜੀ। ਪਸਰ ਗਈ ਚੌਦਿਸਨ ਲੜਾਈ ਦਸਤਰ ਵਾ ਕਰ ਸ਼ਿਸ਼ਟ ਲਗਾਈ। ਚਾਰੇ ਪਾਸੇ ਲੜਾਈ ਦਾ ਹੁਣ ਫੇਰ ਮਾਹੌਲ ਗਰਮ ਹੋਣ ਲੱਗਿਆ। ਬੰਦੂਕਾਂ ਉੱਤੇ ਹੱਥ ਰੱਖ ਕੇ ਨਿਸ਼ਾਨਾ ਸੋਧਦੇ ਹੋਏ ਸਿੰਘ ਘੁੰਮ ਰਹੇ ਹਨ। ਵਿਚਰੇ ਹੈ ਕਿ ਜੋਧ ਪਦਾਤੀ ਡਾਬੇ ਤੋੜਾ ਤਤ ਛਿਣਕਾਤੀ। ਔਰ ਜਿੱਧਰ ਇਹਨਾਂ ਨੂੰ ਕੋਈ ਘੋੜ ਸਵਾਰ ਜਾਂ ਪੈਦਲ ਪਹਾੜੀਆ ਫੌਜੀ ਦਿਸਦਾ ਹੈ, ਉਧਰ ਬੰਦੂਕ ਕਰਕੇ ਚਲਾ ਦਿੰਦੇ ਹਨ। ਰਾਖੀ ਦੂਰ ਬਰਜ ਕਰ ਅਰੀ ਤੋਪ ਜਲੈਲਨ ਮਾਰਨ ਕਰੇ। ਜੰਜੈਲਨ ਮਾਰਨ ਭਾਵ ਦੂਰ ਜਦ ਫੌਜ ਦੇਖਦੇ ਆ ਜਿੱਥੇ ਗੋਲੀ ਨਹੀਂ ਪਹੁੰਚਦੀ, ਫਿਰ ਜੰਜੈਲਨ ਬਾਗਣ ਜਿਹੜੀ ਤੋਪ ਹੈ ਸਤਿਗੁਰਾਂ ਦੀ, ਉਹਨੂੰ ਚਲਾ ਦਿੰਦੇ ਹਨ। ਤੱਕ ਚੜੇ ਸੂਰ ਪਹਾੜੀ ਉਤਰੇ ਦੂਰ ਜਾਏ ਡਰ ਧਾਰੀ। ਔਰ ਬਹੁਤ ਸਾਰੇ ਪਹਾੜੀ ਯੋਧੇ ਸੂਰਮੇ ਜਿਹੜੇ ਆ ਨਾ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ, ਤੇ ਇਧਰੋਂ ਗੁਰੂ ਕੀਆਂ ਜਿਹੜੀਆਂ ਬੰਦੂਕਾਂ ਜਾਂ ਤੋਪ ਚੱਲਦੀ ਹੈ, ਫਿਰ ਇਹਨਾਂ ਨੂੰ ਭਾਜਣਾ ਪੈ ਜਾਂਦੀਆਂ, ਫਿਰ ਪਿੱਛੇ ਹਟ ਕੇ ਦੂਰ ਚਲੇ ਜਾਂਦੇ। ਆਗੇ ਲੈ ਲੈ ਟੁਕੀ ਪਦਾਤੀ ਗੁਰ ਕਾ ਫੋਰੇ ਤਿਨ ਕੀ ਛਾਤੀ। ਹੁਣ ਘੋੜ ਸਵਾਰਾਂ ਨੇ ਪੈਦਲਾਂ ਨੂੰ ਕਿਹਾ ਵੀ ਤੁਸੀਂ ਧਰਤੀ ਤੇ ਲੰਮੇ ਬੈ ਕੇ ਕਿਲੇ ਵਿੱਚ ਵੜੋ। ਕੋ ਸਤਿਨਾਮ। ਹੁਣ ਉਹ ਕਿਲੇ ਦੇ ਵੱਲ ਪੈਦਲ ਸਵਾਰ ਜਿਹੜੀ ਫੌਜ ਹੈ ਪੈਦਲ ਉਹ ਵੱਧਦੀ ਹੈ, ਪਰ ਗੁਰੂ ਕੀਆਂ ਫੌਜਾਂ ਕੰਧਾਂ ਤੋਂ ਮੋਰਚਿਆਂ ਤੋਂ ਗੋਲੀਆਂ ਛੱਡ ਕੇ ਇਹਨਾਂ ਦੀਆਂ ਛਾਤੀਆਂ ਵਿਣ ਦਿੰਦੇ ਜੀ। ਲੋਟ ਮੋਟ ਹੋਏ ਗਿਰ ਗਿਰ ਪਰ ਦੂਸਰ ਨਹੀਂ ਆਈ ਕੋ ਕਰੈ। ਚਲੋ ਕੁਝ ਰੁੜਦੇ ਹੋਏ ਗੋਲੀਆਂ ਖਾ ਕੇ ਥੱਲੇ ਚਲੇ ਜਾਂਦੇ ਐ, ਫਿਰ ਦੂਸਰਿਆਂ ਦਾ ਹੀਆ ਨਹੀਂ ਪੈਂਦਾ ਅੱਗੇ ਵਧਣ ਲਈ। ਬਚੇ ਬੰਦੂਕ ਦੋ ਤਰਫੀ ਕਨੀ ਆਡੀ ਲੈ ਲੈ ਲੜਤੀ ਅਣੀ। ਇਸ ਤਰ੍ਹਾਂ ਗੁਰੂ ਪਿਆਰਿਓ ਮੋਰਚਿਆਂ ਦੇ ਵਿੱਚੋਂ ਆਪਣੇ ਆਪ ਨੂੰ ਬਚਾਉਂਦੇ ਹੋਏ ਫੌਜੀ ਗੁਰੂ ਕੀਆਂ ਫੌਜਾਂ ਤੇ ਪਹਾੜੀਏ ਲੜ ਰਹੇ ਨੇ। ਅੱਗੇ ਕੀ ਹੋਇਆ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास हे पूरन हे सर्व मैं पंचन गुणदास हे संगी हे निरंकार हे निर्गुण सब टेक हे गोविंद हे गुण
ਗੁਣ ਨਿਧਾਨ ਜਾਕੇ ਸਦਾ ਵਿਵੇਕ हे अपरंपर हर हरे ਹੈਪੀ ਹੋ ਬਨਹਾਰ हे संत कै सदा संग ਦੀਦਾਰਾ ਆਧਾਰ हे ठाकुर हो दास रो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਪ੍ਰਭ ਹੋਏ ਪਰੋਏ आए प्रभ शरणागति ਕਿਰਪਾ ਨਿਤ ਦਿਆਲ एक अखर हर मन बसत ਨਾਨਕ ਹੋਤ ਨਿਹਾਲ एक ओंकार सतगुरु ਇਹ ਪ੍ਰਸਾਦ ਸਚ ਹੋਏ वाहिगुरु जी की फतेह है ਵਿਗਨ ਵਿਨਾਸ਼ਨ ਸੋਏ वाहिगुरु जी की फतेह है ਵਿਗਨ ਵਿਨਾਸ਼ਨ ਸੋਏ वाहिगुरु जी का खालसा वाहिगुरु जी की फतेह। बहुत बहुत धन्यवाद।